हेलो स्टूडेंट्स, आज आप थर्ड चैप्टर पढ़ांगे बेटा। हाफ आ रुपी वर्थ। हाफ आ रुपी का मतलब की होया? हाफ आ रुपी 50 पैसे, ठीक है। हाफ आ रुपी वर्थ। आर के नारायणन, ठीक है, अ वेल नोन इंडियन शॉर्ट स्टोरी राइटर। बहुत ही खूबसूरत स्टोरीज आर के नारायणन ने लिखियां ने। ही इज अ लीजेंड इन इंग्लिश लिटरेचर। So let us enjoy this beautiful story by R. K. Narayanan, Half a Rupee Worth. Subhia, a rich merchant, sold rice at a price. Subhia एक अमीर व्यापारी है, वो चावल बेचता है। A poor man approached him for half a rupee worth of rice. एक गरीब आदमी ਉਹਦੇ ਕੋਲੇ ਆਉਂਦਾ ਹੈਗਾ 50 ਪੈਸੇ ਲੈ ਕੇ। 50 ਪੈਸੇ ਦੇ ਚਾਵਲ ਉਹਨੂੰ ਚਾਹੀਦੇ। Did the merchant give him rice? ਕੀ ਮਰਚੈਂਟ ਉਹਨੂੰ ਰਾਈਸ ਦੇਵੇਗਾ? ਸੁਬਿਆ sold rice at market gate. ਸੁਬਿਆ ਦੀ ਜਿਹੜੀ ਦੁਕਾਨ ਹੈ ਮਾਰਕੀਟ ਗੇਟ ਤੇ ਹੈ ਤੇ ਉਹ ਉੱਥੇ ਚਾਵਲ ਵੇਚਦਾ ਹੈ। In this shop you found heaped in wicker baskets all varieties from pebbly coarse rice to daily samba, white as jasmine and slender as a needle. ਉਹਦੀ ਸ਼ਾਪ ਦੇ ਵਿੱਚ ਵੱਡੀਆਂ ਵੱਡੀਆਂ ਬਾਸਕਟਸ ਦੇ ਵਿੱਚ ਹਰ ਇੱਕ ਵੈਰਾਈਟੀ ਦੇ ਚਾਵਲ ਹੋਣਗੇ। ਕੰਕਰਾਂ ਪੱਥਰਾਂ ਵਾਲੇ ਹੈ ਨਾ, ਜਿਹੜੇ ਮੋਟੇ ਕੋਰਸ ਹੁੰਦੇ ਨੇ ਬੇਟੇ, ਮੋਟੇ ਰੁੱਖੇ ਚੌਲਾਂ ਤੋਂ ਲੈ ਕੇ ਦਿੱਲੀ ਸਾਂਭਾ, ਜੋ ਇੱਕ ਉਹ ਵੈਰਾਈਟੀ ਹੈ ਬੇਟੇ ਜੋ ਬਿਲਕੁਲ ਸਫੇਦ ਜੈਸਮਿਨ ਦੇ ਫੁੱਲਾਂ ਵਰਗੇ ਸਫੇਦ ਚੌਲ ਤੇ ਬਿਲਕੁਲ ਸੂਈ ਵਰਗੇ ਤਿੱਖੇ ਪਤਲੇ ਚੌਲ, ਹਰ ਤਰ੍ਹਾਂ ਦੀ ਵੈਰਾਈਟੀ ਉਹਦੇ ਕੋਲ ਮਿਲਦੀ ਹੈ, ਵਧੀਆ ਤੋਂ ਵਧੀਆ ਤੇ ਘਟੀਆ ਤੋਂ ਘਟੀਆ। His shop was stuffy and dark, but he loved every inch of it. ਉਹਦੀ ਦੁਕਾਨ ਭਰੀ ਹੋਈ ਹੈ, ਸਟਫੀ ਬੇਟੇ, ਜਦੋਂ ਕੋਈ ਚੀਜ਼ ਤੁੰਨ ਤੁੰਨ ਕੇ ਭਰੀ ਹੋਵੇ, ਜਿੱਥੇ ਆਪਾਂ ਇਹ ਕਹੀਏ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਾ ਹੋਵੇ। ਡਾਰਕ ਹਨੇਰੀ ਹੈ, ਉਹਦੀ ਹਨੇਰਾ ਰਹਿੰਦਾ ਉਹਦੀ ਸ਼ਾਪ ਦੇ ਵਿੱਚ, ਪਰ ਉਹਨੂੰ ਆਪਣੀ ਸ਼ਾਪ ਦੇ ਨਾਲ ਬਹੁਤ ਪਿਆਰ ਹੈ। He loved the smell of gunny sack of rice and husk. ਉਹਨੂੰ ਪਿਆਰ ਹੈ ਕਿਹਦੇ ਨਾਲ? ਗੰਨੀ ਸੈਕ ਬੇਟੇ, ਚਾਵਲਾਂ ਜਿਹੜੇ ਥੈਲੇ ਹੁੰਦੇ ਨੇ, ਠੀਕ ਹੈ, ਜੂਟ ਵਾਲੇ ਥੈਲੇ, ਥੈਲਿਆਂ ਦੀ ਮਹਿਕ ਉਹਨੂੰ ਪਸੰਦ ਹੈ ਚਾਵਲਾਂ ਦੀ, ਤੇ ਚਾਵਲਾਂ ਦਾ ਜਿਹੜਾ ਹਸਕ ਹੁੰਦਾ ਹੈਗਾ, ਚਾਵਲਾਂ ਦੀ ਜਿਹੜੀ ਉੱਪਰ ਪਰਤ ਹੁੰਦੀ ਹੈਗੀ, ਇਹ ਸਾਰੀਆਂ ਚੀਜ਼ਾਂ ਨੂੰ ਵਧੀਆ ਲੱਗਦੀਆਂ ਨੇ। Through good times and bad he flourished. ਭਾਵੇਂ ਸਮਾਂ ਚੰਗਾ ਹੋਵੇ ਭਾਵੇਂ ਮਾੜਾ, ਉਹ ਹਮੇਸ਼ਾ ਵੱਧਦਾ ਫੁੱਲਦਾ ਰਿਹਾ। ਫਲੋਰਿਸ਼ ਹੁੰਦਾ ਹੈਗਾ ਬੇਟੇ, ਅੱਗੇ ਵੱਧਦੇ ਰਹਿਣਾ। There were days of drought when paddy didn't come up and the rice mills were silenced. ਅਕਾਲ ਪੈ ਗਿਆ। ਅਕਾਲ ਪੈ ਜਾਂਦਾ ਜਦੋਂ ਬੇਟੇ ਫਸਲਾਂ ਨਹੀਂ ਹੁੰਦੀਆਂ, ਤਾਂ ਚਾਵਲਾਂ ਦੀ ਫਸਲ ਨਹੀਂ ਹੋਈ ਹੈਗੀ ਤੇ ਰਾਈਸ ਮਿਲਸ ਜਿਹੜੀਆਂ ਸੀ, ਚਾਵਲਾਂ ਦੀਆਂ ਮਿੱਲਾਂ ਸੀਗੀਆਂ, ਉਹ ਬੰਦ ਹੋ ਗਈਆਂ। When people looked hollow-eyed and half dead. ਇਹ ਉਹ ਸਮਾਂ ਸੀ ਜਦੋਂ ਲੋਕ ਅਧਮਰੇ ਸਰੀਰਾਂ ਵਰਗੇ ਹੋ ਗਏ ਸੀ, ਕਿਉਂਕਿ ਅਕਾਲ ਪੈ ਜਾਂਦਾ ਹੈਗਾ ਤਾਂ ਬੇਟੇ ਖਾਣਾ ਨਹੀਂ ਮਿਲਦਾ, ਭੋਜਨ ਨਹੀਂ ਮਿਲਦਾ, ਤਾਂ ਇਨਸਾਨ ਮਰਿਆ ਬਰਾਬਰ ਹੋ ਜਾਂਦਾ ਹੈ। But even then he never closed his shop. ਪਰ ਅਕਾਲ ਦੇ ਸਮੇਂ ਵੀ ਉਹਦੀ ਜਿਹੜੀ ਸ਼ਾਪ ਸੀ ਉਹ ਬੰਦ ਨਹੀਂ ਸੀ ਹੁੰਦੀ। If he didn't find stuff for 20 baskets, he scoured the countryside and filled at least 2 baskets and sold them. ਜੇ ਉਹਨੂੰ 20 ਟੋਕਰੀਆਂ ਨਹੀਂ ਸੀ ਮਿਲਦੀਆਂ ਨਾ, if he didn't find stuff for 20 baskets, ਜੇ 20 ਟੋਕਰੀਆਂ ਵੀ ਨਹੀਂ ਭਰਨੀਆਂ ਚੌਲਾਂ ਦੀਆਂ, ਤਾਂ ਉਹ ਕਿਵੇਂ ਨਾ ਕਿਵੇਂ ਸਾਰੇ ਪਿੰਡ ਦੇ ਵਿੱਚ ਇੱਧਰ ਉੱਧਰ ਘੁੰਮ ਜਾਂਦਾ ਸੀਗਾ ਤੇ ਐਟ ਲੀਸਟ 2 ਟੋਕਰੀਆਂ ਤਾਂ ਕਿਤੋਂ ਨਾ ਕਿਤੋਂ ਇਕੱਠੀਆਂ ਕਰ ਹੀ ਲੈਂਦਾ ਸੀ, ਫਿਰ ਉਹਨੂੰ ਵੇਚਦਾ ਸੀ। There were times when the harvest was so rich he could hardly accept a quarter of the grain that was offered, when it seemed a fool's business to be selling rice. ਉਹ ਵੀ ਸਮਾਂ ਹੁੰਦਾ ਸੀ ਜਦੋਂ ਫਸਲਾਂ ਬਹੁਤ ਵਧੀਆ ਹੁੰਦੀਆਂ ਸੀ, harvest was so rich, ਫਸਲਾਂ ਭਰਪੂਰ ਹੁੰਦੀਆਂ ਸੀਗੀਆਂ। He could hardly accept a quarter of the grain. ਉਹ ਕਿਸੇ ਕੋਲੋਂ ਚਾਵਲਾਂ ਦਾ ਪੌਣਾ ਹਿੱਸਾ ਵੀ ਨਹੀਂ ਸੀ ਲੈਂਦਾ, ਮਤਲਬ ਕਿ ਉਹ ਫਿਰ ਐਕਸੈਪਟ ਵੀ ਨਹੀਂ ਸੀ ਕਰਦਾ, ਬੜੇ ਲੋਕਾਂ ਨੂੰ ਵਾਪਸ ਹੀ ਭੇਜ ਦਿੰਦਾ ਸੀਗਾ, ਕਿਉਂਕਿ ਹਾਰਵੈਸਟ ਇੰਨੀ ਜ਼ਿਆਦਾ ਹੁੰਦੀ ਸੀ, ਉਹਦੇ ਕੋਲ ਆਲਰੇਡੀ ਆਪਣੇ ਜਿਹੜੇ ਗੋਦਾਮ ਸੀ ਉਹ ਭਰੇ ਹੋਏ ਹੁੰਦੇ ਸੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਜਦੋਂ ਹਾਰਵੈਸਟ ਜ਼ਿਆਦਾ ਹੁੰਦੀ ਹੈਗੀ ਉਦੋਂ ਮੂਰਖਤਾ ਹੈਗੀ ਹੈ ਸਮਾਨ ਇਕੱਠਾ ਕਰਨ ਦੀ। If you sold rice all day and night, you could not hope for a profit of even 50 rupees. ਜੇ ਕਹਿੰਦਾ ਤੁਸੀਂ ਦਿਨ ਰਾਤ ਚਾਵਲ ਖਰੀਦਦੇ ਰਹੋ ਤੇ ਉਹਨੂੰ ਵੇਚਦੇ ਰਹੋ, ਠੀਕ ਹੈ, ਤਾਂ ਤੁਹਾਨੂੰ 50 ਰੁਪਈਆਂ ਦਾ ਵੀ ਪ੍ਰੋਫਿਟ ਨਹੀਂ ਹੋਣ ਲੱਗੇ। They called it depression in the trade. ਇਹਨੂੰ ਉਹ ਡਿਪਰੈਸ਼ਨ ਕਹਿੰਦੇ ਨੇ ਕਿ ਟ੍ਰੇਡ ਦੇ ਵਿੱਚ ਡਿਪਰੈਸ਼ਨ ਆ ਜਾਣਾ, ਘਾਟਾ ਪੈ ਜਾਣਾ। But Subia survived all ups and downs. Subia ਜਿਹੜਾ ਸੀਗਾ ਉਹ ਹਰ ਇੱਕ ਉੱਚਾ ਨੀਵਾਂ ਟਾਈਮ, ਅਪਸ ਐਂਡ ਡਾਊਨਸ, ਭਾਵੇਂ ਰਾਈਜ਼ ਹੁੰਦਾ ਭਾਵੇਂ ਫਾਲ ਹੁੰਦਾ, ਉਹ ਹਮੇਸ਼ਾ ਸਰਵਾਈਵ ਕਰਦਾ ਸੀ। ਬਾਕੀ ਤਾਂ ਜਿਹੜੇ ਹੁੰਦੇ ਸੀ ਨਾ ਬੇਟੇ, ਜਿਵੇਂ ਮਿੱਲ ਵਾਲੇ ਨੇਗੇ ਜਾਂ ਹੋਰ ਨੇ, ਉਹਨਾਂ ਦਾ ਡਿਪਰੈਸ਼ਨ ਆ ਜਾਂਦਾ ਸੀਗਾ ਉਹਨਾਂ ਦੇ ਟ੍ਰੇਡ ਦੇ ਵਿੱਚ, ਅਕਾਲ ਪੈ ਗਿਆ,
ठीक है। पर ਸੁਭਿਆ ਕਦੇ ਵੀ ਕਿਸੇ ਵੀ ਅਪ ਡਾਊਨ ਦੇ ਵਿੱਚ ਉਹ ਘਾਟਾ ਨਹੀਂ ਸੀ ਖਾਂਦਾ। ਰਾਈਸ ਵਾਜ਼ ਇਨ ਹਿਜ਼ ਬਲੱਡ, ਉਹਦੇ ਖੂਨ ਦੇ ਵਿੱਚ ਸਮਾਇਆ ਹੋਇਆ ਸੀਗਾ ਰਾਈਸ। ਹੀ ਹੈਡ ਸਰਵਡ ਐਜ਼ ਐਨ ਅਨਪੇਡ ਅਪ੍ਰੈਂਟਿਸ ਵੈਨ ਹਿਜ਼ ਫਾਦਰ ਰੂਲਡ, ਜਦੋਂ ਉਹਦਾ ਫਾਦਰ ਰੂਲ ਕਰਦਾ ਸੀ, ਉਹਦੇ ਫਾਦਰ ਦੇ ਹੱਥ ਦੇ ਵਿੱਚ ਸੀ ਸਾਰੀ ਦੁਕਾਨਦਾਰੀ, ਉਦੋਂ ਇਹ ਇੱਕ ਅਨਪੇਡ ਅਪ੍ਰੈਂਟਿਸ ਦੀ ਤਰ੍ਹਾਂ ਕੰਮ ਕਰਦਾ ਸੀ। ਅਨਪੇਡ ਅਪ੍ਰੈਂਟਿਸ ਹੁੰਦਾ ਹੈਗਾ ਬੇਟੇ, ਅਪ੍ਰੈਂਟਿਸ ਹੁੰਦਾ ਹੈਗਾ ਨੌਕਰ ਜਿਹੜਾ ਕੰਮ ਸਿੱਖਦਾ, ਜਿਹੜਾ ਕੰਮ ਸਿੱਖਦਾ ਕਿਸੇ ਕੋਲ ਰਹਿ ਕੇ, ਉਹਨੂੰ ਅਪ੍ਰੈਂਟਿਸ ਕਿਹਾ ਜਾਂਦਾ ਹੈਗਾ। ਤੇ ਅਨਪੇਡ ਬੇਟੇ ਜਿਹਨੂੰ ਤਨਖਾਹ ਨਹੀਂ ਮਿਲਦੀ, ਬਿਨਾਂ ਨੌਕਰੀ ਤੋਂ ਉਹ ਨੌਕਰੀ ਕਰਦਾ ਸੀ, ਬਿਨਾਂ ਤਨਖਾਹ ਤੋਂ ਨੌਕਰੀ ਕਰਦਾ ਸੀ ਆਪਣੇ ਫਾਦਰ ਕੋਲ। ਦੋਜ਼ ਵਰ ਡੇਜ਼ ਵੈਨ ਸੁਬੀਆ ਲੋਥ ਦਾ ਰਾਈਸ ਬੈਗਸ, ਉਹ ਸਮਾਂ ਸੀ ਜਦੋਂ ਸੁਬੀਆ ਜਵਾਨ ਸੀ, ਜਾਂ ਹਲੇ ਛੋਟਾ ਸੀ, ਜਾਂ ਹਲੇ ਜਵਾਨੀ 'ਚ ਪੈਰ ਰੱਖ ਰਿਹਾ ਸੀਗਾ। ਤਾਂ ਉਸ ਵਕਤ ਉਹਨੂੰ ਰਾਈਸ ਦੇ ਇਹਨਾਂ ਬੈਗਸ ਤੋਂ, ਰਾਈਸ ਦੇ ਇਹਨਾਂ ਥੈਲਿਆਂ ਤੋਂ ਨਫ਼ਰਤ ਸੀ। ਲੋਥ ਹੁੰਦਾ ਬੇਟੇ ਨਫ਼ਰਤ। ਹੀ ਲੌਂਗਡ ਫॉर ਦ ਕਰਾਊਡਡ ਸਟਰੀਟਸ, ਉਹਨੂੰ ਭੀੜ ਵਾਲੀਆਂ ਗਲੀਆਂ ਚੰਗੀਆਂ ਲੱਗਦੀਆਂ ਸੀ। ਸਿਨੇਮਾ, ਉਹਨੂੰ ਸਿਨੇਮਾ ਦੇਖਣਾ ਚੰਗਾ ਲੱਗਦਾ ਸੀ। ਫੁੱਟਬਾਲ ਮੈਚਿਸ ਨੂੰ ਬੜਾ ਪਿਆਰ ਕਰਦਾ ਸੀ। ਰੈਸਲਿੰਗ ਟੂਰਨਾਮੈਂਟਸ, ਉਹਨੂੰ ਕੁਸ਼ਤੀ ਦੇਖਣੀ ਪਸੰਦ ਸੀ। ਵਿਚ ਹੀ ਸੌ ਥਰੂ ਦ ਕਰਾਊਡਡ ਸ਼ਾਪ ਡੋਰਸ, ਪਰ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਦੇਖ ਸਕਦਾ ਕਿਉਂਕਿ ਉਹਦਾ ਫਾਦਰ ਉਹਨੂੰ ਹਮੇਸ਼ਾ ਦੁਕਾਨ ਦੇ ਵਿੱਚ ਕੰਮ ਦੇ ਉੱਪਰ ਲਾ ਕੇ ਰੱਖਦਾ ਸੀ। But his father more or less kept him chained to the shop and discouraged his outside interests. ਉਹਦਾ ਫਾਦਰ ਉਹਨੂੰ ਇੱਕ ਤਰੀਕੇ ਨਾਲ ਬੰਨ੍ਹ ਕੇ ਰੱਖਦਾ ਸੀ ਦੁਕਾਨ ਦੇ ਵਿੱਚ, ਤੇ ਉਹਦੀਆਂ ਬਾਹਰਲੀਆਂ ਜਿਹੜੀਆਂ ਉਹਦੇ ਇੰਟਰਸਟ ਸੀ, ਬਾਹਰਲੀਆਂ ਚੀਜ਼ਾਂ 'ਚ, ਕੁਸ਼ਤੀ ਦੇਖਣੀ, ਸਿਨੇਮੇ ਦੇਖਣੇ, ਫੁੱਟਬਾਲ ਮੈਚਿਸ ਜਾਂ ਗਲੀਆਂ 'ਚ ਘੁੰਮਣਾ, ਇਹ ਸਾਰੀਆਂ ਚੀਜ਼ਾਂ ਨੂੰ ਉਹਦਾ ਫਾਦਰ ਇੱਕ ਤਰੀਕੇ ਨਾਲ ਉਹਨੂੰ ਡਿਸਕਰੇਜ ਕਰਕੇ ਰੱਖਦਾ ਸੀ। Boys should be horse whipped if they are not to become brigands. ਤੇ ਉਹ ਕਹਿੰਦਾ ਸੀ ਕਿ ਮੁੰਡਿਆਂ ਨੂੰ ਤਾਂ ਚਾਬੁਕ ਮਾਰ ਕੇ ਰੱਖਣਾ ਚਾਹੀਦਾ, ਮੁੰਡਿਆਂ ਨੂੰ ਤਾਂ ਘੋੜਿਆਂ ਵਾਲੇ ਚਾਬੁਕ ਦੇ ਨਾਲ, ਨਹੀਂ ਤਾਂ ਕਹਿੰਦਾ ਉਹ ਪੂਰੇ ਅਵਾਰਾ ਹੋ ਜਾਂਦੇ ਨੇ, ਬਦਮਾਸ਼ ਬਣ ਜਾਂਦੇ ਨੇ। He practiced this theory of child training with such steadfastness that in due course the little man had no eyes or head for anything except rice and the market. ਤੇ ਉਹਦੇ ਫਾਦਰ ਨੇ ਇਸ ਥਿਊਰੀ ਨੂੰ, ਚਾਈਲਡ ਟ੍ਰੇਨਿੰਗ ਦੀ, ਬੱਚਿਆਂ ਨੂੰ ਕਿੱਦਾਂ ਟ੍ਰੇਨ ਕਰਨਾ ਚਾਹੀਦਾ ਹੈਗਾ, ਉਹਨੇ ਇਸ ਤਰੀਕੇ ਨਾਲ ਇਸ ਚੀਜ਼ ਨੂੰ ਅਪਣਾਇਆ ਹੋਇਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਛੇਤੀ ਹੀ, ਲਿਟਲ ਮੈਨ ਕੌਣ ਬੇਟੇ, ਸੁਬੀਆ, ਸੁਬੀਆ ਛੇਤੀ ਹੀ ਦੁਕਾਨ ਦੇ ਕੰਮਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਪਰਫੈਕਟ ਹੋ ਗਿਆ ਕਿ ਹੁਣ ਉਹਨੂੰ ਸਵਾਏ ਚਾਵਲਾਂ ਤੇ ਸਵਾਏ ਆਪਣੀ ਮਾਰਕੀਟ ਤੋਂ ਕੁਝ ਵੀ ਦਿਖਾਈ ਦੇਣੋਂ ਹਟ ਗਿਆ। When his father died, he slid in so nicely that nobody noticed the difference. ਜਦੋਂ ਉਹਦੇ ਫਾਦਰ ਦੀ ਡੈਥ ਹੋਈ ਤਾਂ ਉਹਨੇ ਇੰਨੇ ਵਧੀਆ ਤਰੀਕੇ ਨਾਲ ਸਾਰੇ ਕੰਮ ਨੂੰ, ਦੁਕਾਨ ਨੂੰ ਤੇ ਸਾਰੇ ਵਪਾਰ ਨੂੰ ਸੰਭਾਲ ਲਿਆ ਕਿ ਲੋਕਾਂ ਨੂੰ ਫਰਕ ਲੱਗਦਾ ਹੀ ਨਹੀਂ ਸੀਗਾ। Most people thought that the old man was still sitting there counting cash. Business prospered. ਬਹੁਤੇ ਲੋਕਾਂ ਨੂੰ ਤਾਂ ਇਹੀ ਲੱਗਦਾ ਸੀਗਾ ਕਿ ਬੁੱਢਾ ਆਦਮੀ ਹਾਲੇ ਵੀ ਉੱਥੇ ਹੀ ਬੈਠਾ ਹੈਗਾ ਤੇ ਹੁਣ ਵੀ ਨੋਟ ਗਿਣੀ ਜਾ ਰਿਹਾ ਹੈਗਾ। ਇਸ ਤਰੀਕੇ ਨਾਲ ਬਿਜ਼ਨਸ ਅੱਗੇ ਵਧਦਾ ਗਿਆ। ਤਾਂ ਮਤਲਬ ਇਹ ਹੈਗਾ ਬੇਟੇ ਕਿ ਉਹਨੇ ਆਪਣੇ ਫਾਦਰ ਦੇ ਬਿਜ਼ਨਸ ਨੂੰ ਹੋਰ ਅੱਗੇ ਵਧਾ ਲਿਆ ਕਿਉਂਕਿ ਉਹ ਪਰਫੈਕਟ ਹੋ ਚੁੱਕਿਆ ਸੀ, ਉਹਦੇ ਫਾਦਰ ਨੇ ਉਹਨੂੰ ਟ੍ਰੇਨ ਹੀ ਇਸ ਤਰੀਕੇ ਨਾਲ ਕੀਤਾ ਸੀ। Subiha kept 5 prized cows and buffaloes whose milk, curd and butter he and his wife and 5 children had day and night. Subiha ਨੇ 5 ਬੜੀਆਂ ਵਧੀਆ ਗਾਵਾਂ ਮੱਝਾਂ ਰੱਖੀਆਂ ਹੋਈਆਂ ਸੀਗੀ, ਦੁੱਧ, ਘਿਓ, ਦਹੀਂ ਸਭ ਘਰ ਦਾ ਸੀ। ਉਹਦੀ ਵਾਈਫ ਤੇ ਉਹਦੇ 5 ਬੱਚੇ ਸੀ, ਦਿਨ ਰਾਤ ਦੁੱਧ ਘਿਓ ਖਾਂਦੇ ਸੀ। And then became rotund and balloon like, ਔਰ ਸਾਰਾ ਪਰਿਵਾਰ ਹੀ ਉਹਨਾਂ ਦਾ ਬਹੁਤ ਮੋਟਾ ਤੇ ਬੈਲੂਨ ਲਾਈਕ, ਗੁਬਾਰੇ ਦੀ ਤਰ੍ਹਾਂ ਫੁੱਲਿਆ ਹੋਇਆ ਸੀ। He owned 30 acres of land in a nearby village. ਨੇੜੇ ਇੱਕ ਪਿੰਡ ਦੇ ਵਿੱਚ ਉਹਦੀ 30 ਏਕੜ ਜ਼ਮੀਨ ਵੀ ਸੀ। Visited it once a month to survey his possessions and make sure they were intact. ਤੇ ਉਹ ਮੰਥ ਦੇ ਵਿੱਚ ਇੱਕ ਗੇੜਾ ਲਾ ਕੇ ਆਉਂਦਾ ਸੀਗਾ ਪਿੰਡ ਦੇ ਵਿੱਚ, ਆਪਣੀ ਜ਼ਮੀਨ ਦੇਖ ਕੇ ਆਉਂਦਾ ਸੀਗਾ, ਇਹ ਮੇਕ ਸ਼ੋਰ ਕਰਨ ਦੇ ਲਈ, ਯਕੀਨ ਕਰਨ ਦੇ ਲਈ ਕਿ ਸਭ ਕੁਝ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ। He lent money at exorbitant rates of interest. ਉਹ ਪੈਸੇ ਵੀ ਦਿੰਦਾ ਸੀ, ਜਿਹਨੂੰ ਆਪਾਂ ਕਹਿੰਦੇ ਨਾ ਬੇਟੇ ਉਧਾਰ ਪੈਸੇ ਦੇ ਦੇਣਾ, ਠੀਕ ਹੈ, ਬੜੇ ਜ਼ਿਆਦਾ ਵਿਆਜ। ਐਗਜ਼ੋਰਬੀਟੈਂਟ ਹੁੰਦਾ ਹੈਗਾ ਬੇਟੇ ਬਹੁਤ ਜ਼ਿਆਦਾ ਉਹਦੀ ਵਿਆਜ ਦੀ ਦਰ ਸੀ। If people failed to pay, he acquired their houses. ਤੇ ਜੇ ਕੋਈ ਉਹਦਾ ਜਿਹੜਾ ਪੈਸਾ ਲਿਆ ਹੋਇਆ ਹੈਗਾ ਵਾਪਸ ਨਹੀਂ ਸੀ ਕਰ ਸਕਦਾ ਤਾਂ ਉਹਨਾਂ ਦੇ ਮਕਾਨ ਨੂੰ ਅਕਵਾਇਰ ਕਰ ਲੈਂਦਾ ਸੀ, ਉਹਨਾਂ ਦੇ ਮਕਾਨ ਤੇ ਕਬਜ਼ਾ ਕਰ ਲੈਂਦਾ ਸੀ। He became swollen with money. ਉਹਦੇ ਕੋਲ ਇੰਨਾ ਕੁ ਪੈਸਾ ਸੀਗਾ ਕਿ ਉਹ ਪੈਸੇ ਦੇ ਨਾਲ ਫਟਣ ਵਾਲਾ ਹੋ ਚੁੱਕਿਆ ਸੀ। swollen with money ਬੇਟੇ, ਪੈਸੇ ਨਾਲ ਉਹ ਫੁੱਲਿਆ ਹੋਇਆ ਸੀ। He sent his children to a school, bought them brocaded caps and velvet coats and paid a home tutor to shout the lessons at the top of his voice every evening under a lamp in the hall. ਆਪਣੇ ਬੱਚਿਆਂ ਨੂੰ ਵਧੀਆ ਸਕੂਲ 'ਚ ਭੇਜ ਰਿਹਾ ਸੀ, ਉਹਨਾਂ ਦੇ ਮਹਿੰਗੇ ਕੱਪੜੇ ਪਾਉਂਦਾ ਸੀ
ਤੇ ਇੱਕ ਹੋਮ ਟਿਊਟਰ ਰੱਖਿਆ ਹੋਇਆ ਸੀ ਘਰੇ, ਇੱਕ ਟੀਚਰ ਪੜਾਉਣ ਦੇ ਲਈ ਆਉਂਦਾ ਸੀ ਜਿਹੜਾ ਸ਼ਾਮ ਨੂੰ ਹਾਲ ਦੇ ਵਿੱਚ ਬੈਠ ਕੇ ਉਹਦੇ 5 ਬੱਚਿਆਂ ਨੂੰ ਉੱਚੀ ਉੱਚੀ ਆਵਾਜ਼ ਦੇ ਵਿੱਚ ਪੜਾਉਂਦਾ ਸੀ। He loaded his wife with gold ornaments and draped her in gaudy Benares silk. ਉਹ ਆਪਣੀ ਵਾਈਫ ਨੂੰ ਵੀ ਸੋਨੇ ਦੇ ਨਾਲ ਲੱਦ ਕੇ ਰੱਖਦਾ ਸੀ, ਸੋਨੇ ਦੇ ਗਹਿਣੇ ਬਣਵਾ ਕੇ ਦਿੰਦਾ ਰਹਿੰਦਾ ਸੀ ਔਰ ਬੜੀਆਂ ਮਹਿੰਗੀਆਂ ਬਨਾਰਸ ਸਿਲਕ ਦੀਆਂ ਸਾੜੀਆਂ ਆਪਣੀ ਵਾਈਫ ਨੂੰ ਪਵਾਉਂਦਾ ਸੀ। He added on to his house 2 more stories and several halls and painted all the walls with thick blue oil paint. ਆਪਣੇ ਘਰ ਦੇ ਵਿੱਚ ਉਹਨੇ 2 ਮੰਜ਼ਲਾਂ ਹੋਰ ਐਡ ਕਰ ਲਈਆਂ ਸੀ, ਯਾਨੀ ਕਿ 3 ਮੰਜ਼ਲਾ ਮਕਾਨ ਬਣਾਇਆ ਹੋਇਆ ਸੀ, ਬਹੁਤ ਸਾਰੇ ਹਾਲ ਬਣੇ ਹੋਏ ਸੀਗੇ ਔਰ ਕੰਧਾਂ ਦੇ ਉੱਪਰ ਬੜਾ ਥਿਕ ਉਹਨੇ ਬਲੂ ਪੇਂਟ ਕਰਵਾਇਆ ਹੋਇਆ ਸੀ। covered them with hundreds of pictures of gods in gilt frames. ਤੇ ਸਾਰੀਆਂ ਕੰਧਾਂ ਉਹਨੇ ਭਰੀਆਂ ਹੋਈਆਂ ਸੀਗੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾ ਕੇ, ਸੈਂਕੜੇ ਤਸਵੀਰਾਂ ਸੀ। all day he sat by his iron safe and kept shoving money into it. ਸਾਰਾ ਦਿਨ ਉਹ ਆਪਣੀ ਲੋਹੇ ਦੀ ਤਿਜੋਰੀ ਕੋਲ ਬੈਠਾ ਰਹਿੰਦਾ ਅਤੇ ਪੂਰਾ ਦਿਨ ਪੈਸੇ ਉਹਦੇ ਵਿੱਚ ਭਰਦਾ ਰਹਿੰਦਾ। ਸ਼ੋਵਿੰਗ ਹੁੰਦਾ ਹੈਗਾ ਬੇਟੇ, ਠੂਸ ਠੂਸ ਕੇ ਪੈਸੇ ਭਰਦਾ ਰਹਿੰਦਾ ਤਿਜੋਰੀ ਦੇ ਵਿੱਚ। Watching closely at the same time his assistants measuring out rice into gunny sacks, he led a satisfying life. ਔਰ ਪੂਰਾ ਧਿਆਨ ਰੱਖਦਾ ਸੀਗਾ ਜਦੋਂ ਉਹਦੇ ਨੌਕਰ ਜਿਹੜੇ ਸੀਗੇ ਤੋਲ ਕੇ ਚਾਵਲਾਂ ਨੂੰ ਥੈਲਿਆਂ ਦੇ ਵਿੱਚ ਭਰਦੇ ਸੀਗੇ, ਉਹਦੀ ਪੂਰੀ ਨਿਗਾਹ ਰਹਿੰਦੀ ਸੀ ਕਿ ਪ੍ਰੋਪਰ ਤੋਲਦੇ ਨੇ, ਸਹੀ ਕੰਮ ਕਰ ਰਹੇ ਨੇ। ਹੀ ਲੈਡ ਅ ਸੈਟਿਸਫਾਈਂਗ ਲਾਈਫ, ਤੇ ਹਰ ਤਰੀਕੇ ਦੇ ਨਾਲ ਉਹਦੀ ਲਾਈਫ ਬੜੀ ਸੈਟਿਸਫਾਈਂਗ ਸੀ, ਬੜੀ ਸੰਤੁਸ਼ਟ ਜ਼ਿੰਦਗੀ ਸੀ। There seemed no reason why it should not go on through eternity the same set of activities and interests. ਔਰ ਏਦਾਂ ਲੱਗਦਾ ਸੀਗਾ ਕਿ ਇਹ ਲਾਈਫ ਹਮੇਸ਼ਾ ਦੇ ਲਈ ਏਦਾਂ ਹੀ ਚੱਲਦੀ ਰਹੇਗੀ, ਠੀਕ ਹੈ। ਜਿੱਦਾਂ ਪਹਿਲਾਂ ਉਹਦੇ ਫਾਦਰ ਦੇ ਟਾਈਮ ਉਹਨਾਂ ਨੇ ਬੜੀ ਅਮੀਰੀ ਦੇਖੀ ਸੀ, ਹੁਣ ਉਹਨੇ ਬੜੀ ਆਰਾਮ ਨਾਲ ਸਾਰਾ ਕੰਮ ਸੰਭਾਲ ਲਿਆ ਸੀਗਾ। ਉਹੀ ਐਕਟੀਵਿਟੀਜ਼, ਉਹੀ ਰਾਈਸ ਸ਼ਾਪ, ਉਹੀ ਲੋਕਾਂ ਨੂੰ ਚਾਵਲ ਵੇਚਣੇ ਤੇ ਉਹੀ ਤਿਜੋਰੀਆਂ ਦੇ ਵਿੱਚ ਪੈਸੇ ਭਰਨੇ। Going on, one or the other of his sons to acquire his shape and appearance and continue his family business. ਔਰ ਲੱਗਦਾ ਸੀ ਏਦਾਂ ਹੀ ਚੱਲਦੀ ਰਹੇਗੀ, ਉਹਦੇ 5 ਦੇ ਵਿੱਚੋਂ ਕੋਈ ਨਾ ਕੋਈ ਇੱਕ ਬੇਟਾ ਜਿਹੜਾ ਹੈਗਾ ਉਹਦੇ ਵਰਗਾ ਬਣ ਜਾਏਗਾ, ਠੀਕ ਹੈ, ਉਹਦੇ ਵਰਗੀ ਸ਼ੇਪ ਦੇ ਵਿੱਚ ਆ ਜਾਏਗਾ, ਉਹਦੇ ਵਰਗੀ ਸ਼ਕਲ ਅਕਲ ਬਣਾ ਲੇਗਾ ਤੇ ਜਿਹੜਾ ਫੈਮਿਲੀ ਬਿਜ਼ਨਸ ਹੈਗਾ ਉਹ ਚੱਲਦਾ ਰਹੇਗਾ। ਇਟ ਮਾਈਟ ਹੈਵ ਕੰਟੀਨਿਊਡ ਥਸ ਬਟ ਫॉर द वॉर। ਸ਼ਾਇਦ ਇਹ ਸਾਰਾ ਕੁਝ ਏਦਾਂ ਹੀ ਚੱਲਦਾ ਰਹਿੰਦਾ, ਪਰ ਯੁੱਧ ਸ਼ੁਰੂ ਹੋ ਗਿਆ, ਵਾਰ ਸ਼ੁਰੂ ਹੋ ਗਈ। ਇਟ ਸੀਮਡ ਐਟ ਫਰਸਟ ਟੂ ਬੀ ਐਂਡ ਆਫ ਸਿਵਲਾਈਜੇਸ਼ਨ। ਪਹਿਲਾਂ ਤਾਂ ਇਹ ਲੱਗਿਆ ਕਿ ਯੁੱਧ ਸ਼ੁਰੂ ਹੋ ਗਿਆ ਤਾਂ ਜ਼ਰੂਰ ਹੁਣ ਸ਼ਾਇਦ ਦੁਨੀਆ ਖਤਮ ਹੀ ਹੋ ਜਾਏਗੀ, ਬਟ ਆਫਟਰ ਦ ਫਰਸਟ ਸ਼ੌਕ ਇਟ ਪ੍ਰੂਵਡ ਨਾਟ ਸੋ ਅਨਵੈਲਕਮ ਆਫਟਰ ਆਲ। ਪਰ ਇੱਕ ਸ਼ੌਕ ਤੋਂ ਬਾਅਦ ਏਦਾਂ ਲੱਗਿਆ ਕਿ ਨਹੀਂ, ਇੰਨੀ ਅਨਵੈਲਕਮ ਵੀ ਨਹੀਂ ਹੈਗੀ, ਚਲੋ ਜਿੱਦਾਂ ਚੱਲ ਰਿਹਾ ਠੀਕ ਹੈ। ਜਸਟ ਲਾਈਕ ਦਿਸ ਕਰੋਨਾ ਐਪੀਡੈਮਿਕ ਬੇਟੇ, ਇੱਕਦਮ ਜਦੋਂ ਕਰੋਨਾ ਆਇਆ ਸੀਗਾ, ਠੀਕ ਹੈ, ਤਾਂ ਪੂਰੇ ਵਰਲਡ ਦੇ ਵਿੱਚ ਏਦਾਂ ਲੱਗਿਆ ਸੀਗਾ ਕਿ ਪਤਾ ਨਹੀਂ ਅੰਤ ਹੀ ਹੋ ਜਾਊਗਾ ਦੁਨੀਆ ਦਾ, ਪਤਾ ਨਹੀਂ ਕੀ ਹੋਊਗਾ, ਕਿਵੇਂ ਫੈਲੂ। ਬਟ ਹੌਲੀ ਹੌਲੀ ਕੀ ਲੱਗਿਆ ਬੇਟੇ, ਲੋਕ ਯੂਜ਼ਡ ਟੂ ਹੋਣੇ ਸ਼ੁਰੂ ਹੋ ਗਏ, ਠੀਕ ਹੈ। ਨਾਓ ਡੇਜ਼ ਦੇयर ਇਜ਼ ਨੋ ਫੀਅਰ, ਠੀਕ ਹੈ। ਤਾਂ ਏਦਾਂ ਹੀ ਜਦੋਂ ਵਾਰ ਲੱਗੀ ਤਾਂ ਲੱਗਿਆ ਕਿ ਸਭ ਕੁਝ ਖਤਮ ਹੋ ਜਾਏਗਾ, ਪਰ ਹੌਲੀ ਹੌਲੀ ਲੱਗਿਆ ਕਿ ਨਹੀਂ, ਸਭ ਕੁਝ ਉੱਦਾਂ ਹੀ ਚੱਲ ਰਿਹਾ ਹੈ। ਤੇ ਸੁਬਿਆ ਦੇ ਲਈ ਤਾਂ ਇਹ ਜਿਹੜੀ ਚੀਜ਼ ਸੀਗੀ ਉਹ ਤਾਂ ਅਨਵੈਲਕਮ ਕਹਿ ਹੀ ਨਹੀਂ ਸੀ ਸਕਦਾ ਇਹਨੂੰ। ਹਿਸ ਪ੍ਰੋਫਿਟਸ ਪਾਈਲਡ ਅਪ ਐਜ਼ ਨੈਵਰ ਬਿਫੋਰ। ਕਿਉਂ? ਕਿਉਂਕਿ ਜਦੋਂ ਬੇਟੇ ਵਾਰ ਲੱਗਦੀ ਹੈ ਹਰ ਇੱਕ ਚੀਜ਼ ਦੀ ਸ਼ਾਰਟੇਜ ਹੁੰਦੀ ਹੈ, ਔਰ ਜਦੋਂ ਸ਼ਾਰਟੇਜ ਹੁੰਦੀ ਹੈ ਬੇਟੇ ਉਦੋਂ ਇੱਦਾਂ ਦੇ ਵਪਾਰੀ ਜਿਹੜੇ ਹੈਗੇ ਨੇ ਉਹਨਾਂ ਦੇ ਪ੍ਰੋਫਿਟਸ ਜਿਹੜੇ ਨੇ ਵੱਧ ਜਾਂਦੇ ਨੇ। ਕਰੋਨਾ ਦੇ ਵਿੱਚ ਵੀ ਤੁਸੀਂ ਦੇਖਿਆ ਹੈਗਾ ਬੇਟੇ, ਇੱਕਦਮ ਰੇਟ ਕਿਵੇਂ ਵੱਧ ਗਏ ਸੀਗੇ, ਕਿਵੇਂ ਮਹਿੰਗਾਈ ਵੱਧ ਗਈ ਸੀ। ਤਾਂ ਜਿਹੜੇ ਸ਼ੌਪਕੀਪਰਸ ਸੀ ਜਿਨ੍ਹਾਂ ਨੇ ਬਹੁਤ ਸਾਰਾ ਸਮਾਨ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਹੋਇਆ ਸੀਗਾ, ਤਾਂ ਉਹਨਾਂ ਨੇ ਤਾਂ ਬੇਟਾ ਹਿਊਜ ਪ੍ਰੋਫਿਟਸ ਉਸ ਵਕਤ ਜਿਹੜੇ ਨੇ ਗੇਨ ਕੀਤੇ ਨੇਗੇ, ਠੀਕ ਹੈ। ਤਾਂ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਹੈਗਾ ਤਾਂ ਜਿਹੜੇ ਵਪਾਰੀ ਲੋਕ ਹੁੰਦੇ ਨੇਗੇ ਬੇਟੇ ਉਹਨਾਂ ਦਾ ਪ੍ਰੋਫਿਟ ਤਾਂ ਵੱਧ ਜਾਂਦਾ ਹੈ, ਕਿਉਂਕਿ ਉਹ ਚੀਜ਼ਾਂ ਦੇ ਰੇਟ ਵਧਾ ਦਿੰਦੇ ਨੇ। ਲੋਕਾਂ ਨੂੰ ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਉਹ ਚਾਹੀਦੀਆਂ ਹੀ ਹੁੰਦੀਆਂ ਨੇਗੀਆਂ, ਤਾਂ ਜਦੋਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇਗੀਆਂ ਤਾਂ ਉਹ ਕਿਸੇ ਵੀ ਰੇਟ ਤੇ ਲੈਣ ਲਈ ਤਿਆਰ ਹੁੰਦੇ ਨੇ। ਸਾਈਗਨ ਐਂਡ ਬਰਮਾ ਸੀਜ਼ ਟੂ ਸੈਂਡ ਰਾਈਸ। ਤਾਂ ਇਹ ਦੋਵੇਂ ਕੰਟਰੀਜ਼ ਸਾਈਗਨ ਤੇ ਬਰਮਾ ਨੇ ਚਾਵਲ ਭੇਜਣੇ ਬੰਦ ਕਰਤੇ। ਦੈਟ ਮੈਂਟ ਦਾ ਸਟਾਕ ਹੀ ਹੈਲਡ ਵਾਸ ਵਰਥ ਇਟਸ ਵੇਟ ਇਨ ਗੋਲਡ, ਠੀਕ ਹੈ। ਤਾਂ ਬਾਹਰੋਂ ਜਿਹੜੀ ਰਾਈਸ ਹੈਗੀ ਸੀਗੀ ਉਹ ਆਉਣੀ ਬੰਦ ਹੋ ਗਈ। ਤਾਂ ਸੁਬਿਆ ਦੇ ਕੋਲ ਜਿੰਨੇ ਕੁ ਉਹਦੇ ਗੁਦਾਮਾਂ ਦੇ ਵਿੱਚ ਚਾਵਲ ਪਏ ਸੀਗੇ, ਹੁਣ ਉਹਨੂੰ ਪਤਾ ਸੀ ਉਹ ਸੋਨੇ ਦੇ ਭਾਅ ਵਿਕਣ ਗਏ। ਪੀਪਲ ਫਲੌਕ ਟੂ ਹਿਸ ਸ਼ੌਪ ਐਟ ਆਲ ਆਵਰਸ। ਦਿਨ ਭਰ 24 ਘੰਟੇ ਜਿਹੜੇ ਲੋਕ ਸੀ ਉਹਦੀ ਸ਼ੌਪ ਦੇ ਉੱਪਰ ਇਕੱਠੇ ਹੋਏ ਰਹਿੰਦੇ ਸੀ। He bought the big house next door for a godown and then the next one and the next. ਉਹਨੇ ਇੱਕ ਵੱਡਾ ਘਰ ਜਿਹੜਾ ਸੀਗਾ, ਗੋਡਾਊਨ ਹੁੰਦਾ ਹੈਗਾ ਬੇਟਾ ਜਿੱਥੇ ਜਿਹੜਾ ਹੈਗਾ ਸਮਾਨ ਭੰਡਾਰ ਕਰਕੇ ਸੰਭਾਲ ਕਰਕੇ ਰੱਖਿਆ ਜਾਂਦਾ ਹੈ, ਸੌਰੀ। And then the next one, ਫਿਰ ਉਹਨੇ ਅਗਲਾ ਘਰ ਲੈ ਲਿਆ, ਫਿਰ next, then he bought a dozen more villages। ਫਿਰ ਉਹਨੇ ਕਿੰਨੇ ਜਿਹੜੇ ਸੀਗੇ ਨਾ
ਵਿਲੇजेस ਜਿਹੜੇ ਸੀਗੇ ਉਹ ਖਰੀਦ ਲਏ, ਪਿੰਡਾਂ ਦੇ ਪਿੰਡ ਖਰੀਦ ਲਏ ਉਹਨੇ ਪੈਸਿਆਂ ਦੇ ਨਾਲ। ਵਾਰ ਸੀਮਡ ਔਨ ਦਾ ਹੋਲ ਅ ਵੈਰੀ ਬੈਨੀਫੀਸ਼ੀਅਲ ਫੋਰਸ ਟਿਲ ਦਾ ਇੰਟਰੋਡਕਸ਼ਨ ਆਫ ਪ੍ਰਾਈਸ ਐਂਡ ਫੂਡ ਕੰਟਰੋਲ। ਵਾਰ ਇਦਾਂ ਲੱਗ ਰਹੀ ਸੀਗੀ ਕਿ ਬਹੁਤ ਬੈਨੀਫੀਸ਼ੀਅਲ ਹੈ, ਬੜੀ ਲਾਭਦਾਇਕ ਚੀਜ਼ ਹੈ, ਸੁਬਿਆਂ ਨੂੰ ਤਾਂ ਲੱਗ ਰਿਹਾ ਸੀ ਵਾਰ ਲੱਗੀ ਰਹਿਣੀ ਚਾਹੀਦੀ ਹੈ, ਠੀਕ ਹੈ। ਪਰ ਫਿਰ ਅਚਾਨਕ ਕੀ ਹੋਇਆ, ਸਰਕਾਰ ਨੇ ਬੇਟੇ ਪ੍ਰਾਈਸ ਤੇ ਫੂਡ ਕੰਟਰੋਲ ਇੰਟਰੋਡਿਊਸ ਕਰਤਾ। ਮਤਲਬ ਇਹ ਹੈਗਾ ਬੇਟੇ ਕਿ ਫੂਡ ਦੀ ਜਿਹੜੀ ਪ੍ਰਾਈਸ ਸੀ, ਅਨਾਜ ਦੀ ਜਿਹੜੀ ਪ੍ਰਾਈਸ ਸੀ, ਉਹ ਸਰਕਾਰੀ ਰੇਟ ਇੱਕ ਮੁਕਰਰ ਕਰ ਦਿੱਤਾ ਗਿਆ ਕਿ ਇਸ ਰੇਟ ਤੋਂ ਵੱਧ ਕੋਈ ਵੇਚ ਨਹੀਂ ਸਕੇਗਾ, ਠੀਕ ਹੈ। ਫॉर द फर्स्ट टाइम इन हिज लाइफ ही वाज वरीड। ਇਹ ਪਹਿਲੀ ਵਾਰ ਹੋਇਆ ਸੀ ਜ਼ਿੰਦਗੀ ਦੇ ਵਿੱਚ ਕਿ ਉਹ ਥੋੜਾ ਜਿਹਾ ਚਿੰਤਿਤ ਹੋ ਗਿਆ। he couldn't see how anyone had the right to say that he should sell and at what rate। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਸਰਕਾਰ ਕੌਣ ਹੁੰਦੀ ਹੈ ਮੈਨੂੰ ਇਹ ਕਹਿਣ ਵਾਲੀ ਕਿ ਮੈਨੂੰ ਕੀ ਵੇਚਣਾ ਚਾਹੀਦਾ ਤੇ ਕਿੰਨੇ ਦਾ ਵੇਚਣਾ ਚਾਹੀਦਾ, ਕਿਸ ਰੇਟ ਤੇ ਵੇਚਣਾ ਚਾਹੀਦਾ। he felt happy when he heard someone say। ਤੇ ਉਹ ਉਦੋਂ ਖੁਸ਼ ਹੋਇਆ ਜਦੋਂ ਕਿਸੇ ਤੋਂ ਉਹਨੇ ਇਹ ਗੱਲ ਸੁਣੀ, the food department is a hoax। ਕਹਿੰਦੇ ਫੂਡ ਡਿਪਾਰਟਮੈਂਟ ਨਾਂ ਦੀ ਕੋਈ ਚੀਜ਼ ਨਹੀਂ, ਇਹ ਤਾਂ ਸਭ ਇੱਕ ਅਫਵਾਹ ਹੈਗੀ, ਇਹ ਸਭ ਬਕਵਾਸ ਹੈ। ਗਵਰਨਮੈਂਟ ਇਜ਼ ਮੇਕਿੰਗ ਅ ਮੈਸ ਆਫ ਥਿੰਗਸ। ਸਰਕਾਰ ਤਾਂ ਚੀਜ਼ਾਂ ਨੂੰ ਉਲਝਾ ਰਹੀ ਹੈ, ਇਹ ਕੁਝ ਨਹੀਂ, ਫੂਡ ਡਿਪਾਰਟਮੈਂਟ ਕੁਝ ਨਹੀਂ ਕਰ ਸਕਦਾ। ਇਹ ਗੱਲ ਸੁਣ ਕੇ ਉਹਦੇ ਸਾਹ ਸਾਹ ਆਇਆ। he soon found that he could still survive under a new god। ਛੇਤੀ ਹੀ ਉਹਨੂੰ ਇੱਕ ਹੋਰ ਨਵਾਂ ਤਰੀਕਾ ਸੁੱਝ ਗਿਆ, ਉਹਨੂੰ ਲੱਗ ਗਿਆ ਪਤਾ। ਕਹਿੰਦਾ ਇੱਕ ਨਵੇਂ ਢੰਗ ਦੇ ਨਾਲ, ਗਾਰਡ ਹੁੰਦਾ ਹੈਗਾ ਬੇਟੇ ਇੱਕ ਨਵਾਂ ਰੂਪ ਧਾਰਨ ਕਰ ਲੈਣਾ, ਇੱਕ ਨਵਾਂ ਰੂਪ ਧਾਰ ਕੇ ਕਹਿੰਦਾ ਮੈਂ ਹਾਲੇ ਵੀ ਸਰਵਾਈਵ ਕਰ ਸਕਦਾ। By waiting before officials, seeing people and filling up forms, he was soon allowed to continue his business as a fair price grain depot। ਕੀ ਕੀਤਾ ਉਹਨੇ ਬੇਟੇ, ਅਫਸਰਾਂ ਨੂੰ ਮਿਲਿਆ, ਹੋਰ ਲੋਕਾਂ ਨੂੰ ਮਿਲਿਆ, ਕੁਝ ਫਾਰਮ ਭਰੇ ਤੇ ਛੇਤੀ ਹੀ ਉਹਨੂੰ ਬੇਟੇ ਇਹ ਲਾਇਸੈਂਸ ਮਿਲ ਗਿਆ ਕਿ ਉਹਦਾ ਜਿਹੜਾ ਡਿਪੂ ਹੈਗਾ, ਜਿੱਦਾਂ ਆਪਾਂ ਸੁਣਿਆ ਬੇਟੇ ਪਿੰਡਾਂ 'ਚ ਰਾਸ਼ਨ ਵਾਲੇ ਡਿਪੂ ਹੁੰਦੇ ਨੇਗੇ, ਠੀਕ ਹੈ। ਤਾਂ ਉਹਨੇ ਆਪਣੇ ਬਿਜ਼ਨਸ ਨੂੰ, ਆਪਣੀ ਦੁਕਾਨ ਨੂੰ ਇੱਕ ਸਰਕਾਰੀ ਨਾਮ ਦੇ ਦਿੱਤਾ। ਕੀ ਨਾਮ ਦੇ ਦਿੱਤਾ? ਫੇਅਰ ਪ੍ਰਾਈਸ ਗ੍ਰੇਨ ਡਿਪੋਟ। he groaned unhappily when he learned that he had to surrender all the rice his peasants cultivated in his village fields। ਪਰ ਫਿਰ ਉਹਨੂੰ ਹੋਰ ਵੀ ਦੁੱਖ ਹੋਇਆ। ਫਿਰ ਉਹਨੂੰ ਅਗਲਾ ਦੁੱਖ ਕਿਸ ਚੀਜ਼ ਦਾ ਹੋਇਆ, ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਉਹਦੇ ਖੇਤਾਂ ਦੇ ਵਿੱਚ ਜਿੰਨੇ ਵੀ ਕਿਸਾਨ ਚਾਵਲ ਉਗਾਉਂਦੇ ਨੇ, ਇਹ ਸਾਰਾ ਚਾਵਲ ਇੱਕ ਵਾਰ ਉਹਨੂੰ ਸਰਕਾਰ ਨੂੰ ਦੇਣਾ ਪਏਗਾ। The whole thing seemed to him atrocious। ਉਹਨੂੰ ਸਾਰੀ ਚੀਜ਼ ਆਪਣੇ ਤੇ ਜ਼ੁਲਮ ਲੱਗਦਾ ਸੀ, ਇਹ ਬੜਾ ਵੱਡਾ ਜ਼ੁਲਮ ਹੈ। They have to fix the price for my produce। ਠੀਕ ਹੈ, ਉਹਨੂੰ ਬੇਟੇ ਗ੍ਰੇਨ ਡਿਪੂ, ਉਹਨੂੰ ਜਿਹੜਾ ਹੈ ਡਿਪੂ ਦਾ ਉਹਨੂੰ ਮਿਲਦਾ ਗਿਆ ਲਾਇਸੈਂਸ। ਪਰ ਫਿਰ ਉਹਦੇ ਬਦਲੇ 'ਚ ਸਰਕਾਰ ਨੇ ਕੀ ਕਿਹਾ ਕਿ ਸਾਰੀ ਜਿੰਨੀ ਪ੍ਰੋਡਕਸ਼ਨ ਹੈਗੀ ਹੈ ਉਹ ਸਰਕਾਰ ਨੂੰ ਦੇਣੀ ਪਏਗੀ। ਫਿਰ ਸਰਕਾਰ ਨਿਰਧਾਰਿਤ ਕਰੇਗੀ ਕਿ ਕਿਸ ਰੇਟ ਦੇ ਉੱਪਰ ਉਹਦਾ ਜਿਹੜੀ ਪ੍ਰਾਈਸ ਹੈ ਉਹ ਸਰਕਾਰ ਫਿਕਸ ਕਰੇਗੀ। ਉਹ ਬੜਾ ਦੁਖੀ ਹੋ ਗਿਆ, ਕਹਿੰਦਾ ਕਿ ਸਰਕਾਰ ਕੌਣ ਹੁੰਦੀ ਹੈ ਮੇਰੀ ਪ੍ਰੋਡਕਸ਼ਨ ਦਾ ਪ੍ਰਾਈਸ ਫਿਕਸ ਕਰਨ ਵਾਲੀ। they have to give me permission to take what I myself produce। ਇਹ ਮੇਰੀ ਆਪ ਦੀ ਖੇਤੀ ਹੈ, ਮੇਰੇ ਖੇਤ ਨੇ, ਮੇਰੇ ਚਾਵਲ ਨੇਗੇ ਤੇ ਇਹਦੀ ਪਰਮਿਸ਼ਨ ਮੈਨੂੰ ਹੋਣੀ ਚਾਹੀਦੀ ਹੈਗੀ। but he accepted the position without much outward protest। ਪਰ ਉਹਨੇ ਬਹੁਤਾ ਜ਼ਿਆਦਾ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਤੇ ਉਹਨੇ ਇਸ ਸਾਰੀ ਚੀਜ਼ ਨੂੰ ਐਕਸੈਪਟ ਕਰ ਲਿਆ। he slept little and lost the taste for food। ਕਰ ਵੀ ਕੀ ਸਕਦਾ ਸੀਗਾ, ਠੀਕ ਹੈ। ਤੇ ਉਹਦੀ ਹੁਣ ਨੀਂਦ ਘਟ ਗਈ ਤੇ ਉਹਦਾ ਖਾਣ ਪੀਣ ਦੇ ਵਿੱਚ ਵੀ ਉਹਦਾ ਟੇਸਟ ਨਹੀਂ ਰਿਹਾ। all through the dark nights he thought about this problem। ਬਸ ਉਹ ਇਹੀ ਸੋਚੀ ਜਾਂਦਾ ਸੀ ਕਿ ਹੁਣ ਇਸ ਪ੍ਰੋਬਲਮ ਦੇ ਵਿੱਚੋਂ ਕਿਵੇਂ ਬਾਹਰ ਨਿਕਲਾਂ। ਬੜਾ ਚਲਾਕ ਵਪਾਰੀ ਸੀਗਾ, ਇਹਦਾ ਵੀ ਹੁਣ ਉਹ ਕੋਈ ਤਰੀਕਾ ਲੱਭ ਰਿਹਾ ਹੈਗਾ। finally he had a solution। finally ਉਹਨੂੰ ਇੱਕ ਤਰੀਕਾ ਲੱਭ ਗਿਆ। he cried to himself। ਉਹਨੇ ਆਪਣੇ ਆਪ ਨੂੰ ਕਿਹਾ I still have my rice in the fields। ਕਹਿੰਦਾ ਮੇਰੇ ਖੇਤਾਂ ਦੇ ਵਿੱਚ ਤਾਂ ਹਾਲੇ ਵੀ ਚਾਵਲ ਹੈਗੇ ਨੇ and I still have the bags in my godown। ਮੇਰੇ ਗੋਡਾਊਨ ਦੇ ਵਿੱਚ ਥੈਲੇ ਪਏ ਨੇ, ਖਾਲੀ ਥੈਲੇ। after all what does the government want। ਗਵਰਨਮੈਂਟ ਚਾਹੁੰਦੀ ਕੀ ਹੈਗੀ to have things in nice shape on paper। ਸਰਕਾਰ ਨੂੰ ਤਾਂ ਕਾਗਜ਼ ਪੂਰੇ ਚਾਹੀਦੇ ਨੇ that they shall have। ਕਾਗਜ਼ ਮੈਂ ਉਹਨਾਂ ਨੂੰ ਪੂਰੇ ਕਰਕੇ ਦੇ ਦੇਵਾਂਗਾ। ਮਤਲਬ ਕੀ ਹੈ ਬੇਟੇ, ਕਾਗਜ਼ੀ ਕਾਰਵਾਈ ਪੂਰੀ ਕਰ ਦਾਂਗਾ। ਕਾਗਜ਼ਾਂ ਦੇ ਵਿੱਚ ਮੈਂ ਸ਼ੋਅ ਕਰ ਦੂੰਗਾ ਜੀ ਇੰਨੀ ਮੇਰੀ ਪ੍ਰੋਡਕਸ਼ਨ ਹੋਈ ਹੈਗੀ, ਇੰਨੇ ਬੈਗ ਭਰੇ ਨੇਗੇ ਚਾਵਲਾਂ ਦੇ, ਇੰਨੇ ਥੈਲੇ ਚਾਵਲਾਂ ਦੇ ਹੋਏ ਨੇਗੇ, ਲਓ ਜੀ ਦੱਸ ਦਿਓ ਇਹਦਾ ਕਿੰਨਾ ਰੇਟ ਬਣਿਆ। he kept all the rice he wanted for sale and personal use but out of sight and out of paper। ਤੇ ਬਾਕੀ ਕੀ ਕਰ ਲਿਆ ਉਹਨੇ ਬੇਟੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਲੈਕ ਮਾਰਕੀਟਿੰਗ। ਇਸ ਨੂੰ ਬਲੈਕ ਮਾਰਕੀਟਿੰਗ ਕਿਹਾ ਜਾਂਦਾ ਹੈ ਨਾ, ਕਿ ਕਾਗਜ਼ਾਂ ਦੇ ਵਿੱਚ ਤਾਂ ਤੁਸੀਂ ਆਪਣੀ ਇਨਕਮ ਕੁਝ ਦਿਖਾ ਰਹੇ ਹੋ, ਆਪਣੀਆਂ ਫਸਲਾਂ ਕੁਝ ਦਿਖਾ ਰਹੇ ਹੋਗੇ ਔਰ ਬਾਕੀ ਤੁਸੀਂ ਸੈਪਰੇਟ ਲੁਕੋ ਕੇ ਸਰਕਾਰ ਕੋਲੋਂ ਰੱਖ ਲੈਂਦੇ ਹੋ। ਜਿਹੜੀ ਚੀਜ਼ ਲੁਕੋ ਕੇ ਰੱਖ ਲਈ ਬੇਟੇ ਦੈਟ ਇਜ਼ ਬਲੈਕ ਮਾਰਕੀਟਿੰਗ। ਤੇ ਉਹਦੀ ਜਿਹੜੀ ਇਨਕਮ ਆਏਗੀ ਨਾ ਤੁਹਾਨੂੰ, ਉਹ ਸਾਰੀ ਚੀਜ਼ ਦੀ ਉਹਨੂੰ ਕਹਿੰਦੇ ਨੇ ਬਲੈਕ ਮਨੀ। he kept all the rice he wanted for sale and personal use।
ਜਿੰਨਾ ਕੁ ਉਹਨੂੰ ਘਰ ਦੇ ਜ਼ਰੂਰਤ ਦੇ ਲਈ ਚਾਹੀਦਾ ਸੀਗਾ ਰਾਈਸ, ਤੇ ਜਿੰਨਾ ਕੁ ਉਹਨੂੰ ਸੇਲ ਲਈ ਚਾਹੀਦਾ ਸੀਗਾ, ਠੀਕ ਹੈ, ਉਹ ਉਹਨੇ ਰੱਖ ਲਿਆ ਆਊਟ ਆਫ ਸਾਈਟ ਐਂਡ ਆਊਟ ਆਫ ਪੇਪਰਸ, ਉਹਨੂੰ ਪੇਪਰਸ ਦੇ ਵਿੱਚ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ। He had to give away a lot of money to people who came to examine his stock and accounts. ਫਿਰ ਉਹਦਾ ਸਟਾਕ ਦੇਖਣ ਦੇ ਲਈ ਸਰਕਾਰੀ ਅਧਿਕਾਰੀ ਵੀ ਆਏ, ਅਕਾਊਂਟਸ ਦੇਖਣ ਦੇ ਲਈ ਵੀ ਆਏ, ਉਹਨਾਂ ਨੂੰ ਵੀ ਬੇਟੇ ਕੀ ਕੀਤਾ, ਕਰਪਸ਼ਨ। ਫਿਰ ਇੱਥੋਂ ਬੇਟੇ ਕੀ ਹੁੰਦੀ ਹੈ, ਬਰਾਈਬਰੀ, ਰਿਸ਼ਵਤਖੋਰੀ ਸ਼ੁਰੂ, ਠੀਕ ਹੈ, ਤਾਂ ਉਹਨਾਂ ਲੋਕਾਂ ਨੂੰ ਵੀ ਉਹਨੇ ਪੈਸਾ ਦੇ ਦਿੱਤਾ, ਠੀਕ ਹੈ, ਪੈਸਾ ਦੇ ਦਿੱਤਾ, ਉਹ ਕਾਗਜ਼ਾਂ ਦਾ ਉੱਪਰ ਸਾਈਨ ਕਰਕੇ ਚਲੇ ਗਏ। If he passed a 10 rupee currency note on such an occasion, it meant he had screened from prying eyes 1,000 rupees worth of grain. ਹੁਣ ਇਸ ਸਮੇਂ ਜੇ ਉਹਨੇ 10 ਰੁਪਏ ਵੀ ਕਿਸੇ ਨੂੰ ਦੇ ਦਿੱਤੇ, ਕਿਉਂਕਿ ਬੇਟੀ ਉਹਨਾਂ ਵੇਲਿਆਂ ਦੀ ਗੱਲ ਹੈ, ਇਟ ਇਜ਼ ਅਰਾਊਂਡ 1960s 65 ਅਰਾਊਂਡ ਉਸ ਟਾਈਮ ਦੀ ਗੱਲ ਹੈ, ਜਦੋਂ ਜਿਸ ਚੀਜ਼ ਨੂੰ ਬੈਕਗਰਾਉਂਡ ਬਣਾ ਕੇ ਆਰ ਕੇ ਨਾਰਾਇਣ ਨੇ ਸਟੋਰੀ ਲਿਖ ਰਹੀ ਹੈ ਬੇਟੇ, ਜਦੋਂ ਇੰਡੀਆ ਦੇ ਵਿੱਚ ਅਕਾਲ ਪਿਆ ਸੀਗਾ ਔਰ ਉਧਰੋਂ ਵਾਰ ਹੋ ਗਈ ਸੀਗੀ ਸ਼ੁਰੂ ਚਾਈਨਾ ਦੇ ਨਾਲ, ਤੇ ਉਸ ਵਕਤ ਬੇਟੇ 10 ਰੁਪਏ ਬਹੁਤ ਵੱਡੀ ਕੀਮਤ ਸੀ, ਤੇ ਜੇ ਉਹ 10 ਰੁਪਏ ਵੀ ਕਿਸੇ ਸਰਕਾਰੀ ਅਧਿਕਾਰੀ ਨੂੰ ਇਸ ਸਮੇਂ ਤੇ ਦੇ ਦਿੰਦਾ, ਇਹਦਾ ਮਤਲਬ ਕੀ ਹੈਗਾ ਕਿ ਉਹ 10 ਰੁਪਏ ਲੈ ਕੇ ਅਗਲਾ ਕਾਗਜ਼ਾਂ ਦੇ ਉੱਪਰ ਸਾਈਨ ਕਰਕੇ ਚਲਾ ਜਾਏਗਾ, ਠੀਕ ਹੈ, ਤੇ ਬਦਲੇ ਦੇ ਵਿੱਚ ਸੂਬਿਆਂ ਨੂੰ ਕੀ ਮਿਲਦਾ ਹੈਗਾ, ਹਜ਼ਾਰਾਂ ਰੁਪਏ ਦਾ ਗ੍ਰੇਨ, ਜਿਹੜਾ ਉਹਨੇ ਬਚਾ ਕੇ ਰੱਖਿਆ ਹੋਇਆ ਹੈਗਾ ਉਹਨਾਂ ਦੀਆਂ ਨਜ਼ਰਾਂ ਤੋਂ। When he thought it over, he realized that all controls were really above. ਜਦੋਂ ਉਹ ਸਾਰੀ ਚੀਜ਼ ਦੇ ਬਾਰੇ 'ਚ ਸੋਚਦਾ ਹੈ ਤਾਂ ਉਹਨੂੰ ਲੱਗਦਾ ਕਿ ਜਿਹੜੇ ਸਰਕਾਰੀ ਪਾਲਿਸੀਜ਼ ਬਣਦੀਆਂ ਨੇ ਨਾ, ਜਿਹੜੀ ਇਹ ਫੂਡ ਕੰਟਰੋਲ ਜਾਂ ਫੂਡ ਪ੍ਰਾਈਸ ਕੰਟਰੋਲ ਬਣਦਾ ਹੈ, ਇਹ ਤਾਂ ਅਸਲ ਦੇ ਵਿੱਚ ਇੱਕ ਬਲੈਸਿੰਗ ਹੈ, ਇੱਕ ਬੋਨ ਹੈ। He distributed a few annas for charity twice a week. He broke a coconut at the temple on Fridays in appreciation of God's interest in his affairs. ਹੁਣ ਬੇਟੇ ਦਾਨ ਪੁੰਨ ਵੀ ਕਰ ਦਿੰਦਾ ਹੈਗਾ, ਕੁਝ ਆਨੇ ਹਰ ਹਫਤੇ ਚੈਰਿਟੀ ਦੇ ਵਿੱਚ ਦਿੰਦਾ ਹੈਗਾ, ਫਰਾਈਡੇਜ਼ ਨੂੰ ਜਾ ਕੇ ਮੰਦਿਰ ਦੇ ਵਿੱਚ ਨਾਰੀਅਲ ਵੀ ਤੋੜ ਆਉਂਦਾ ਹੈਗਾ, ਠੀਕ ਹੈ, ਕਿਉਂਕਿ ਪਰਮਾਤਮਾ ਵੀ ਉਹਦੇ ਨਾਲ ਹੈਗਾ। ਗ੍ਰੈਜੂਅਲੀ ਵਿਦ ਐਕਸਪੀਰੀਅੰਸ ਹੀ ਬਿਕੇਮ ਅ ਮਾਸਟਰ ਆਫ ਹਿਸ ਸਿਚੁਏਸ਼ਨ। ਹੌਲੀ ਹੌਲੀ ਬੇਟੇ ਤਜਰਬੇ ਦੇ ਨਾਲ ਉਹ ਹਰ ਇੱਕ ਸਿਚੁਏਸ਼ਨ ਦਾ ਇੱਕ ਤਰੀਕੇ ਨਾਲ ਮਾਸਟਰ ਬਣ ਬੈਠਿਆ ਸੀਗਾ। ਹੀ ਵਾਜ਼ ਏਬਲ ਟੂ ਗੈਟ ਥਰੂ ਈਚ ਐਂਡ ਐਵਰੀਥਿੰਗ, ਹਰ ਇੱਕ ਮਸਲੇ ਦਾ ਉਹਦੇ ਕੋਲੇ ਹੱਲ ਸੀ। At his depot he measured out rice with deft hand. ਡਿਪੋ ਦੇ ਉੱਪਰ ਜਦੋਂ ਬੈਠਾ ਹੁੰਦਾ ਸੀਗਾ ਤਾਂ ਚਾਵਲਾਂ ਨੂੰ ਬੇਟੇ ਉਹ ਬੜੇ ਸਲੀਕੇ ਦੇ ਨਾਲ ਤੋਲਦਾ ਸੀਗਾ। ਮਤਲਬ ਕੀ ਹੈ ਕਿ ਬੇਟੇ ਇੱਕ ਚੌਲ ਵੀ ਉਹ ਵੱਧ ਨਹੀਂ ਸੀ ਕਿਸੇ ਨੂੰ ਦਿੰਦਾ ਹੈਗਾ। So that at the end of the day a considerable quantity accumulated which was nobody's. ਔਰ ਜਿਵੇਂ ਆਪਾਂ ਇਹ ਕਹੀਏ ਨਾ ਬੇਟੇ, ਜਦੋਂ ਤੋਲਦੇ ਨੇਗੇ, ਠੀਕ ਹੈ, ਤਕੜੀ ਦੇ ਨਾਲ ਜਦੋਂ ਕੁਝ ਤੋਲਿਆ ਜਾਂਦਾ ਹੈਗਾ ਤਾਂ ਕੁਛ ਨਾ ਕੁਛ ਇਹ ਇੱਦਾਂ ਦਾ ਕਰਦੇ ਨੇਗੇ ਵਪਾਰੀ, ਠੀਕ ਹੈ, ਕਿ ਉਹਦੇ ਵਿੱਚੋਂ ਕੁਛ ਅਮਾਊਂਟ ਜਿਹੜੀ ਹੈਗੀ ਹੈ, ਮਤਲਬ ਕੀ ਹੈ, ਜਿਵੇਂ 100 ਆਪਾਂ ਕਿਸੇ ਨੂੰ ਕਿਲੋਗ੍ਰਾਮ 1 kg ਕਿਸੇ ਨੂੰ ਰਾਈਸ ਦੇਣਾ ਹੈਗਾ, ਠੀਕ ਹੈ, ਤਾਂ ਅਸਲ ਦੇ ਵਿੱਚ ਕੀ ਹੁੰਦਾ ਹੈਗਾ, 950 ਗ੍ਰਾਮ ਤੋਲ ਦਿੰਦੇ ਨੇ 1000 ਗ੍ਰਾਮ ਦੀ ਥਾਂ ਤੇ। ਦੇਖਣ ਵਾਲੇ ਨੂੰ ਲੱਗਦਾ 1000 ਗ੍ਰਾਮ ਤੋਲਿਆ ਗਿਆ, ਤੋਲਿਆ ਕਿੰਨਾ ਗਿਆ ਹੈਗਾ, 950 ਗ੍ਰਾਮ, ਤਾਂ 50 ਗ੍ਰਾਮ ਇੱਕ ਜਣੇ ਪਿੱਛੇ ਬਚ ਗਏ 1 kg ਪਿੱਛੇ। ਤਾਂ ਸ਼ਾਮ ਤੱਕ ਉਹ ਇੰਨੇ ਡੈਫਟ ਹੈਂਡ ਦੇ ਨਾਲ ਤੋਲਦਾ ਹੈਗਾ ਕਿ ਐਟ ਦ ਐਂਡ ਆਫ ਦ ਡੇ ਸ਼ਾਮ ਨੂੰ ਕਾਫੀ ਕੰਸੀਡਰੇਬਲ ਕੁਆਂਟਿਟੀ ਦੇ ਵਿੱਚ ਜਿਹੜਾ ਰਾਈਸ ਹੈ ਇਕੱਠਾ ਹੋ ਜਾਂਦਾ, ਜਿਹੜਾ ਉਹ ਕਿਸੇ ਦਾ ਵੀ ਨਹੀਂ ਹੈਗਾ। ਮਤਲਬ ਕੀ ਹੈ, ਜੇ ਹਰ ਇੱਕ 1 kg ਪਿੱਛੇ ਉਹਨੇ 50 ਗ੍ਰਾਮ ਵੀ ਬਚਾ ਲਏ ਬੇਟੇ, ਸ਼ਾਮ ਤੱਕ ਉਹਨੇ ਇੰਨਾ ਕੁ ਰਾਈਸ ਇਕੱਠਾ ਕਰ ਲਿਆ ਕਿ ਉਹਦੀ ਇਨਕਮ ਆਪਾਂ ਇਹ ਕਹੀਏ ਕਿ ਉਹ ਵੀ ਬਲੈਕ ਮਨੀ ਦੇ ਵਿੱਚ ਹੀ ਜਾਏਗਾ। Then he delayed and opened and closed and reopened his shop in such a manner as to make people come to him several times before they could get any rice out of it. ਫਿਰ ਉਹਨੇ ਹੋਰ ਤਰੀਕਾ ਵਰਤਣਾ ਸ਼ੁਰੂ ਕਰਤਾ, ਕਦੇ ਦੁਕਾਨ ਨੂੰ ਲੇਟ ਖੋਲਦਾ ਹੈ, ਠੀਕ ਹੈ, ਕਦੇ ਓਪਨਿੰਗ ਤੇ ਕਲੋਜ਼ਿੰਗ ਦੀ ਟਾਈਮ ਜਿਹੜੀ ਹੈ ਇਸ ਤਰੀਕੇ ਦੇ ਨਾਲ ਕਰ ਦਿੰਦਾ ਹੈਗਾ ਕਿ ਲੋਕਾਂ ਨੂੰ ਕਈ ਵਾਰੀ ਚੱਕਰ ਮਾਰਨੇ ਪੈਣ ਉਹਦੀ ਦੁਕਾਨ ਦੇ ਉੱਪਰ ਰਾਈਸ ਲੈਣ ਦੇ ਲਈ। When they had money he had no stock. ਤੇ ਜਦੋਂ ਲੋਕ ਪੈਸੇ ਲੈ ਕੇ ਉਹਦੇ ਕੋਲੇ ਆਉਂਦੇ ਉਹ ਕਹਿੰਦਾ ਨਾ ਜੀ ਸਟਾਕ ਹੀ ਨਹੀਂ ਹੈਗਾ, ਹੈ ਹੀ ਨਹੀਂ, ਕਿਉਂਕਿ ਹੁਣ ਉਹ ਦੁਕਾਨ ਦੇ ਵਿੱਚ ਤਾਂ ਕੁਝ ਰੱਖਦਾ ਨਹੀਂ ਨਾ ਬੇਟਾ, ਦੁਕਾਨ ਦੇ ਵਿੱਚ ਤਾਂ ਉਹਨਾਂ ਸਮਾਨ ਰੱਖਿਆ ਹੈਗਾ ਜਿਹੜਾ ਉਹਨੇ ਸਰਕਾਰ ਨੂੰ ਦਿਖਾਇਆ ਹੋਇਆ, ਜਿੰਨਾ ਕਾਗਜ਼ਾਂ 'ਚ ਦਿਖਾਇਆ ਹੋਇਆ ਹੈਗਾ, ਬਾਕੀ ਤਾਂ ਉਹਦਾ ਸਾਰੇ ਗੋਦਾਮਾਂ ਦੇ ਵਿੱਚ ਜਿਹੜੇ ਉਹਨੇ ਘਰਾਂ ਨੂੰ ਗੋਦਾਮ ਬਣਾ ਰੱਖੇ ਨੇਗੇ ਘਰ ਲੈ ਕੇ। ਔਰ when he had rice they had no money. ਤੇ ਜਦੋਂ ਰਾਈਸ ਹੁੰਦਾ ਹੈਗਾ ਉਦੋਂ ਉਹ ਕਹਿੰਦਾ ਹੁਣ ਰਾਈਸ ਲੈ ਜਾਓ, ਪਰ ਉਦੋਂ ਲੋਕਾਂ ਕੋਲ ਵਿਚਾਰਿਆਂ ਕੋਲ ਪੈਸਾ ਨਹੀਂ ਹੁੰਦਾ। By all this he accumulated a vast quantity of rice every week. ਤੇ ਇਸ ਤਰੀਕੇ ਦੇ ਨਾਲ ਬੇਟੇ ਉਹ ਕਿਵੇਂ ਨਾ ਕਿਵੇਂ ਰਾਈਸ ਜਿਹੜਾ ਹੈਗਾ ਵੱਡੀ ਮਿਕਦਾਰ ਦੇ ਵਿੱਚ ਇਕੱਠੀ ਕਰਦਾ ਜਾ ਰਿਹਾ ਹੈ। Then out of his village harvest only a small portion reached the food department. ਤੇ ਜੋ ਉਹਦੀ ਪਿੰਡ ਦੇ ਵਿੱਚ ਆਪਦੀ ਫਸਲ ਸੀ, 30 ਏਕੜ ਉਹਦੇ ਕੋਲ ਆਪਣੀ ਫਸਲ ਹੈਗੀ ਤੇ ਉਹਦੇ ਵਿੱਚੋਂ ਵੀ ਬਹੁਤ ਥੋੜੀ ਕੁਆਂਟਿਟੀ ਦੇ ਵਿੱਚ ਇੱਕ ਸਮਾਲ ਪੋਰਸ਼ਨ ਫੂਡ ਡਿਪਾਰਟਮੈਂਟ ਨੂੰ ਪਹੁੰਚਿਆ।
Very soon he converted one of his houses in a back street into a godown and there piled up rice bags from floor to ceiling. ਤੇ ਬਾਕੀ ਜਿਹੜਾ ਸੀਗਾ ਮਤਲਬ ਕਿ ਜਿਹੜੀ ਆਪਣੀ ਹਾਰਵੈਸਟ ਸੀਗੀ ਉਹ ਤਾਂ ਉਹਨੇ ਫੂਡ ਡਿਪਾਰਟਮੈਂਟ ਨੂੰ ਭੇਜਤੀ, ਪਰ ਕਿੰਨੀ ਕੁ ਭੇਜੀ, ਆਪਾਂ ਇਹ ਕਹੀਏ ਕਿ 20% ਜਾਂ 30%, ਚਲੋ 40% ਵੀ ਭੇਜਤੀ ਹੋਣੀ ਹੈ, ਬਾਕੀ ਤਾਂ 60% ਆਪਣੇ ਕੋਲੇ ਰੱਖ ਗਿਆ ਨਾ। ਤਾਂ ਉਹਨੇ ਕੀ ਕੀਤਾ ਬੇਟੇ, ਆਪਣੀ ਇੱਕ ਜਿਹੜੇ ਉਹਨੇ ਘਰ ਖਰੀਦੇ ਹੋਏ ਨੇਗੇ ਉਹਨਾਂ ਘਰਾਂ ਦੇ ਵਿੱਚੋਂ ਬੈਕ ਸਟਰੀਟ ਦੇ ਵਿੱਚ ਇੱਕ ਘਰ ਨੂੰ ਗੋਡਾਊਨ ਦੇ ਵਿੱਚ ਚੇਂਜ ਕਰ ਲਿਆ ਤੇ ਉੱਥੇ ਬੇਟੇ ਰਾਈਸ ਦੇ ਥੈਲੇ ਭਰ ਭਰ ਕੇ ਫਰਸ਼ ਤੋਂ ਲੈ ਕੇ ਛੱਤ ਤੱਕ ਲਗਾ ਦਿੱਤੇ। It was supposed to be store of waste paper and rags which he collected for the paper mills। ਔਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਕੀ ਸੀਗਾ ਕਿ ਇਹ ਤਾਂ ਜੀ ਇਹਦਾ ਵੇਸਟ ਪੇਪਰ ਤੇ ਕਬਾੜ ਦੀ ਦੁਕਾਨ ਹੈਗੀ ਤੇ ਜਿਹੜੀ ਇਹਨੇ ਇੱਕ ਪੇਪਰ ਮਿਲ ਲਾਉਣੀ ਹੈਗੀ ਮੈਂ ਉਹਦੇ ਲਈ ਮੈਂ ਇਕੱਠੇ ਕਰ ਰਹੀ ਹਾਂ ਕਾਗਜ਼। ਲੋਕਾਂ ਦੇ ਵਿੱਚ ਉਹਨੇ ਇਹ ਇੰਪ੍ਰੈਸ਼ਨ ਦਿੱਤਾ ਹੋਇਆ ਸੀਗਾ ਕਿ ਇਹ ਮੇਰਾ ਜਿਹੜਾ ਸਟੋਰ ਹੈਗਾ ਇਸ ਕੰਮ ਲਈ ਹੈ। He never sold his rice except in small quantities and to known customers। ਤੇ ਹੁਣ ਜਿਹੜੇ ਉਹ ਚਾਵਲ ਵੇਚ ਰਿਹਾ ਹੈਗਾ ਥੋੜੀ ਕੁਆਂਟੀਟੀ ਦੇ ਵਿੱਚ ਵੇਚਦਾ ਹੈਗਾ, ਉਹ ਵੀ ਸਿਰਫ ਨੋਨ ਕਸਟਮਰਸ ਨੂੰ, ਜਾਣ ਪਛਾਣ ਵਾਲਿਆਂ ਨੂੰ। ਹੀ ਟੁੱਕ ਦੇਅਰ ਕੈਸ਼ ਇਨ ਐਡਵਾਂਸ, ਕੈਸ਼ ਹਮੇਸ਼ਾ ਐਡਵਾਂਸ ਦੇ ਵਿੱਚ ਲੈਂਦਾ। ਟੋਲਡ them to call Platter, ਤੇ ਉਹਨਾਂ ਨੂੰ ਕਹਿੰਦਾ ਹੈਗਾ ਕਿ ਪਲੇਟਰ ਨੂੰ ਬੁਲਾ ਕੇ ਲੈ ਕੇ ਆਓ। ਹੀ always threw in a doubt, there was a person who had a little rice, I don't know if he still has it। ਤੇ ਅਗਲੇ ਨੂੰ ਨਾ ਸ਼ੱਕ ਚ ਪਾ ਦਿੰਦਾ ਹੈਗਾ, ਕਹਿੰਦਾ ਕਿ ਇੱਕ ਆਦਮੀ ਹੈਗਾ ਜਿਹੜਾ ਥੋੜੀ ਬਹੁਤ ਰਾਈਸ ਵੇਚਦਾ। ਦੇਖੋ ਤੁਸੀਂ ਦੇਖ ਰਹੇ ਹੋ ਮੇਰੀ ਦੁਕਾਨ ਦੇ ਵਿੱਚ ਤੇ ਹੈ ਹੀ ਨਹੀਂ ਰਾਈਸ, ਠੀਕ ਹੈ, ਕਿਉਂਕਿ ਮੈਂ ਤਾਂ ਆਪਾਂ ਤਾਂ ਸਰਕਾਰ ਨੂੰ ਦੇ ਚੁੱਕੀ ਹਾਂ, ਇਹ ਤਾਂ ਹੁਣ ਸਰਕਾਰੀ ਦੁਕਾਨ ਹੋ ਗਈ, ਠੀਕ ਹੈ, ਤਾਂ ਮੇਰੇ ਕੋਲ ਤਾਂ ਹੈ ਨਹੀਂ। ਮੈਂ ਇੱਕ ਬੰਦੇ ਨੂੰ ਜਾਣਦਾ ਪਰ ਮੈਨੂੰ ਪਤਾ ਨਹੀਂ ਕਿ ਉਹਦੇ ਕੋਲ ਹੁਣ ਰਾਈਸ ਹੈ ਕਿ ਨਹੀਂ ਹੈ। ਐਨੀਵੇ ਲੀਵ ਦਾ ਕੈਸ਼ ਵਿਦ, ਚਲੋ ਤੁਹਾਡੇ ਪੈਸੇ ਮੈਨੂੰ ਫੜਾ ਜਾਓ। ਸਮਟਾਈਮਸ ਹੀ ਰਿਟਰਨ ਦਾ ਮਨੀ ਵਿਦ, ਤੇ ਕਈ ਵਾਰੀ ਉਹ ਐਵੇਂ, ਦੇਖੋ ਬੇਟੇ ਚਾਵਲ ਤਾਂ ਉਹਦੇ ਕੋਲ ਹੈਗੇ ਨੇ, ਵਾਧੂ ਹੈਗੇ ਨੇ, ਪਰ ਲੋਕਾਂ ਨੂੰ ਇੰਪ੍ਰੈਸ਼ਨ ਕੀ ਦੇ ਰਿਹਾ ਹੈਗਾ ਕਿ ਮੇਰੇ ਕੋਲ ਤਾਂ ਹੈ ਨਹੀਂ ਜੀ, ਮੈਂ ਕਿਸੇ ਤੋਂ ਪੁੱਛ ਕੇ ਤੁਹਾਨੂੰ ਦੱਸੂਗਾ, ਠੀਕ ਹੈ। ਔਰ ਕਈ ਵਾਰੀ ਫਿਰ ਪੈਸੇ ਵਾਪਸ ਕਰ ਦਿੰਦਾ, ਸੌਰੀ ਨੋਟ ਅਵੇਲੇਬਲ, ਨਹੀਂ ਜੀ ਚਾਵਲ ਤਾਂ ਮਿਲੇ ਨਹੀਂ। ਦ ਮੈਨ ਸੈਡ ਹੀ ਹੈਡ ਇਟ ਬਟ ਯੂ ਨੋ ਹਾਊ ਵੀ ਕੈਨ ਨੈਵਰ ਕਾਊਂਟ ਔਨ ਦੋਜ਼ ਥਿੰਗਸ। ਹੁਣ ਉਸ ਬੰਦੇ ਨੇ ਮੈਨੂੰ ਕਿਹਾ ਤਾਂ ਸੀਗਾ ਕਿ ਚਾਵਲ ਹੈਗੇ ਨਹੀਂ, ਪਰ ਤੁਹਾਨੂੰ ਪਤਾ ਹੀ ਹੈਗਾ ਅੱਜ ਕੱਲ੍ਹ ਸਮਾਂ ਕਿੱਦਾਂ ਦਾ ਚੱਲ ਰਿਹਾ ਹੈਗਾ, ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅਗਲੇ ਕੋਲ ਚੀਜ਼ ਹੈ ਕਿ ਨਹੀਂ। ਲਓ ਜੀ ਪੈਸੇ ਵਾਪਸ, ਚਾਵਲ ਮਿਲੇ। ਤਾਂ ਇਸ ਤਰੀਕੇ ਨਾਲ ਬੇਟੇ ਉਹ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ, ਕਿਉਂਕਿ ਉਹਨੂੰ ਪਤਾ ਜਿੰਨਾ ਪਰੇਸ਼ਾਨ ਹੋਣਗੇ ਉਹਨੇ ਵੱਧ ਤੋਂ ਵੱਧ ਮੇਰੇ ਕੋਲ ਆਉਣਗੇ ਤੇ ਫਿਰ ਉਹਨਾਂ ਕੋਲ ਪੈਸਾ ਬਣਾਉਂਗਾ। One evening, as he just had closed his shop and started out with a key in his pocket, a person halted before him। ਹੁਣ ਇੱਕ ਦਿਨ ਕੀ ਹੋਇਆ ਬੇਟੇ, ਇੱਥੇ ਫਿਰ ਹੁਣ ਆਪਾਂ ਇਹ ਕਹੀਏ ਕਿ ਕਲਾਈਮੈਕਸ ਆ ਗਿਆ ਸਟੋਰੀ ਦਾ। ਇੱਕ ਈਵਨਿੰਗ ਜਦੋਂ ਉਹ ਸ਼ਾਪ ਆਪਣੀ ਬੰਦ ਕਰ ਰਿਹਾ ਸੀਗਾ, ਜਸਟ ਹੈਜ਼ ਕਲੋਜ਼ਡ, ਸ਼ਾਪ ਬੰਦ ਕਰਤੀ ਸੀ ਤੇ ਚਾਬੀ ਪਾਕਟ ਦੇ ਵਿੱਚ ਪਾ ਕੇ ਤੁਰਨ ਲੱਗਿਆ ਸੀ। a person halted before him, ਇੱਕ ਆਦਮੀ ਉਹਦੇ ਸਾਹਮਣੇ ਆ ਕੇ ਰੁਕਿਆ ਐਂਡ ਕਿਹਾ, oh you have closed, just my luck। ਕਹਿੰਦਾ ਉਹ ਤੁਸੀਂ ਦੁਕਾਨ ਬੰਦ ਕਰਤੀ? ਕਹਿੰਦਾ ਮੇਰੀ ਮਾੜੀ ਕਿਸਮਤ। I have other business now, no time to stop and talk, said so। ਤਾਂ ਸੁਬੀਆ ਕਹਿੰਦਾ ਮੈਨੂੰ ਹੋਰ ਵੀ ਬਹੁਤ ਕੰਮ ਨੇਗੇ, ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਖੜ ਕੇ ਤੇਰੀਆਂ ਗੱਲਾਂ ਸੁਣਨ ਦਾ। He went past him, ਤੇ ਉਹਦੇ ਕੋਲੋਂ ਦੀ ਲੰਘ ਗਿਆ। The other man followed him, ਪਰ ਉਹ ਬੰਦਾ ਉਹਦੇ ਪਿੱਛੇ ਪਿੱਛੇ ਆ ਗਿਆ। He held him by the arm and cried, ਉਹਨੇ ਸੁਬੀਆ ਦੀ ਬਾਂਹ ਫੜ ਲਈ, ਹੱਥ ਫੜ ਲਿਆ and cried, ਤੇ ਰੋ ਪਿਆ। You must open your shop and give me rice। ਕਹਿੰਦਾ ਤੈਨੂੰ ਆਪਣੀ ਦੁਕਾਨ ਖੋਲਣੀ ਚਾਹੀਦੀ ਹੈ ਤੇ ਮੈਨੂੰ ਰਾਈਸ ਦੇ ਦੇ। I cannot let you go, ਮੈਂ ਤੈਨੂੰ ਜਾਣ ਨਹੀਂ ਦੇ ਸਕਦਾ। My 2 children are crying for food, ਮੇਰੇ 2 ਬੱਚੇ ਨੇ ਭੋਜਨ ਦੇ ਲਈ ਰੋ ਰਹੇ ਨੇ। They and my old mother have been starving, ਉਹ ਮੇਰੇ ਬੱਚੇ ਤੇ ਮੇਰੀ ਬੁੱਢੀ ਮਾਂ ਭੁੱਖ ਨਾਲ ਮਰ ਰਹੇ ਨੇ। My ration card was exhausted 3 days ago, ਮੇਰਾ ਰਾਸ਼ਨ ਕਾਰਡ 3 ਦਿਨ ਪਹਿਲਾਂ ਖਤਮ ਹੋ ਚੁੱਕਿਆ ਹੈਗਾ। ਰਾਸ਼ਨ ਕਾਰਡ ਐਗਜ਼ੌਸਟ ਹੋ ਗਿਆ, ਜਿਹਦੇ ਉੱਪਰ ਉਹਨੂੰ ਫ੍ਰੀ ਦੇ ਵਿੱਚ ਮਿਲ ਜਾਂਦਾ ਹੈਗਾ ਬੇਟੇ ਸਰਕਾਰੀ ਡਿਪੂ ਤੋਂ, ਉਹ ਤਾਂ ਐਗਜ਼ੌਸਟ ਹੋ ਗਿਆ। I cannot see them in that condition anymore, ਮੈਂ ਹੁਣ ਆਪਣੇ ਬੱਚਿਆਂ ਨੂੰ ਤੇ ਆਪਣੀ ਮਾਂ ਨੂੰ ਇਸ ਕੰਡੀਸ਼ਨ 'ਚ ਨਹੀਂ ਦੇਖ ਸਕਦਾ। Please somehow give me some rice, ਕਿਵੇਂ ਵੀ ਕਰ, ਕੁਝ ਵੀ ਕਰ, ਮੈਨੂੰ ਕੁਝ ਚਾਵਲ ਦੇ। I have gone round and round the whole town today but I couldn't get a grain anywhere। ਅੱਜ ਮੈਂ ਸਾਰਾ ਦਿਨ ਪਿੰਡ ਦੇ ਵਿੱਚ ਘੁੰਮਿਆਂਗਾ, ਸ਼ਹਿਰ ਦੇ ਵਿੱਚ ਘੁੰਮਿਆਂਗਾ, ਪਰ ਮੈਨੂੰ ਕਿਤੋਂ ਇੱਕ ਦਾਣਾ ਵੀ ਨਹੀਂ ਮਿਲਿਆ। At home they will be thinking I'm returning with something, ਉਹ ਘਰ ਬੈਠੇ ਮੇਰੀ ਉਡੀਕ ਕਰ ਰਹੇ ਨੇ ਤੇ ਉਹ ਸੋਚ ਰਹੇ ਹੋਣੇ ਕਿ ਮੈਂ ਕੁਛ ਨਾ ਕੁਛ ਲੈ ਕੇ ਆਵਾਂਗਾ। They will, God knows what they will do when they see me go back empty handed। ਪਤਾ ਨਹੀਂ ਕੀ ਹੋਏਗਾ, ਪਰਮਾਤਮਾ ਜਾਣਦਾ ਹੈਗਾ ਕਿ ਉਹਨਾਂ ਨਾਲ ਕੀ ਬਣੇਗੀ ਜਦੋਂ ਉਹ ਮੈਨੂੰ ਖਾਲੀ ਹੱਥ ਦੇਖਣਗੇ। How much do you want? ਤਾਂ ਸੁਬੀਆ ਰੁਕ ਗਿਆ, ਕਹਿੰਦਾ ਕਿੰਨਾ ਚਾਹੀਦਾ ਤੈਨੂੰ? Give me a ਸੇਰ, ਕਹਿੰਦਾ ਇੱਕ ਸੇਰ ਬੇਟੇ 1 ਕਿਲੋ, 1 ਕਿਲੋ ਤੋਂ ਥੋੜੀ ਜਿਹੀ ਵੱਧ ਕੁਆਂਟੀਟੀ ਹੁੰਦੀ ਸੀਗੀ, ਪੁਰਾਣੀ ਯੂਨਿਟ ਹੈਗੀ ਮਾਪਣ ਦੀ। There are 6 mouths to feed at home, ਘਰ ਦੇ ਵਿੱਚ ਅਸੀਂ 6 ਜਣੇ ਆ ਖਾਣ ਵਾਲੇ, ਇੱਕ ਸੇਰ ਤਾਂ ਚਾਹੀਦਾ ਹੀ। How much have you?
तेरे कोल पैसे किन्ने ने? द मैन हेल्ड अप हाफ रूपी कॉइन। तो उस आदमी ने बेटे हाफ रूपी 50 पैसे का सिक्का दिखा दिता। सुबिया लुक्ड एट द कॉइन विद कंटेम्प्ट। सुबिया ने बड़ी नफरत दे नाल उस सिक्के वाल देखिया। यू एक्सपेक्ट टू गेट वन सेर ऑफ प्राइस फॉर दिस? कहंदा अच्छा एक सेर चावल कहंदा ਇਹਦੇ ਨਾਲ 50 ਪੈਸਿਆਂ ਦੇ ਨਾਲ। बट इट इज 3 सेर्स फॉर अ रुपी isn't it? ਤਾਂ ਉਸ ਆਦਮੀ ਨੇ ਕਿਹਾ ਪਰ ਕਹਿੰਦਾ ਚਾਵਲ ਦੀ ਪ੍ਰਾਈਸ ਜਿਹੜੀ ਹੈ ਉਹ ਤਾਂ 1 ਰੁਪਏ ਦੇ 3 सेर ਆ ਜਾਂਦੇ ਨੇ। ਮੈਂ ਤਾਂ ਫਿਰ ਵੀ मतलब कि जे 1 ਰੁਪਏ ਦੇ 3 सेर ਆਉਂਦੇ ਨੇਗੇ ਬੇਟੇ ਤਾਂ 50 ਪੈਸੇ ਦੇ ਕਿੰਨੇ ਆਏ? 1.5 ਕਿਲੋ। ਠੀਕ ਹੈ ਤਾਂ ਕਹਿੰਦਾ ਮੈਂ ਤਾਂ 50 ਪੈਸੇ ਤੈਨੂੰ ਕਿਲੋ ਹੀ ਕਹਿ ਰਹੀ ਹਾਂ, 1 सेर ਦੇ ਦੇ। ਡੋਂਟ ਟਾਕ ਆਫ ਆਲ ਦੈਟ ਨਾਓ। ਕਹਿੰਦਾ ਇਹ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ। ਯੂ ਵਿਲ ਸਟਾਰਵ ਇਫ ਯੂ ਟਾਕ ਆਫ ਕੰਟਰੋਲਡ ਪ੍ਰਾਈਸ ਐਂਡ ਸੱਚ ਨੌਨਸੈਂਸ। ਤੁਸੀਂ ਕਹਿੰਦਾ ਜੇ ਸਰਕਾਰੀ ਰੇਟਾਂ ਦੀ ਗੱਲ ਕਰੋਗੇ ਨਾ, ਜਿਹੜੀ ਕੰਟਰੋਲ ਪ੍ਰਾਈਸ ਸਰਕਾਰ ਨੇ ਕੀਤੀ ਹੈਗੀ, ਤੇ ਆ ਨੌਨਸੈਂਸ ਗੱਲਾਂ ਕਰੋਗੇ, ਭੁੱਖੇ ਮਰ ਜਾਓਗੇ। ਹੀ ਫੈਲਟ ਐਨਰੇਜਡ, ਗੁੱਸੇ ਚ ਆ ਗਿਆ। ਇਫ ਯੂ ਹੈਵ ਅਨਦਰ 8 ਆਨਾਸ ਪਰਹੈਪਸ ਯੂ ਮੇ ਗੈਟ ਅ ਸੀਟ, ਸੈਡ ਸੁਬੀਆ। ਜੇ 8 ਆਨੇ ਹੋਰ ਹੈਗੇ ਨੇ, 50 ਪੈਸੇ ਹੋਰ ਹੈਗੇ ਨੇਗੇ, ਤਾਂ ਸ਼ਾਇਦ ਕਹਿੰਦਾ ਮੈਂ ਤੈਨੂੰ ਕਿਤੋਂ 1 सेर ਚਾਵਲ ਦੇ ਸਕਦਾ। ਦ ਅਦਰ ਸ਼ੁਕ ਹਿਜ਼ ਹੈਡ। ਦੂਜੇ ਆਦਮੀ ਨੇ ਸਿਰ ਹਿਲਾ ਦਿੱਤਾ। ਦਿਸ ਇਜ਼ ਦ ਐਂਡ ਆਫ ਦ ਮੰਥ ਯੂ ਸੀ, ਦਿਸ ਇਜ਼ ਆਲ ਆਈ ਹੈਵ। ਕਹਿੰਦਾ ਨਹੀਂ, ਮਹੀਨੇ ਦਾ ਅਖੀਰ ਹੈਗਾ ਤੇ ਮੇਰੇ ਕੋਲ ਸਿਰਫ ਇਹੀ 50 ਪੈਸੇ। ਯੂ ਵਿਲ ਗੈਟ ਓਨਲੀ ਹਾਫ ਅ सेर। ਕਹਿੰਦਾ ਫਿਰ ਠੀਕ ਹੈ, ਇਹ ਤਾਂ ਅੱਧਾ ਕਿਲੋ ਮਿਲਣਗੇ। ਦੈਟ ਇਜ਼ ਦ ਪ੍ਰਾਈਸ ਅ ਮੈਨ ਆਈ ਨੋ ਵਿਲ ਡਿਮਾਂਡ। ਮੈਂ ਇੱਕ ਬੰਦੇ ਨੂੰ ਜਾਣਦਾ ਜਿਹੜਾ ਮੇਰੇ ਕੋਲ ਨਹੀਂ ਚੌਲ, ਮੇਰੇ ਕੋਲ ਤਾਂ ਹੈ ਨਹੀਂ। ਮੈਂ ਇੱਕ ਹੋਰ ਬੰਦੇ ਨੂੰ ਜਾਣਦਾ, ਮੈਨੂੰ ਪਤਾ ਹੈਗਾ ਉਹ 50 ਪੈਸਿਆਂ ਦੇ ਅੱਧਾ ਕਿਲੋ ਹੀ ਚਾਵਲ ਤੈਨੂੰ ਦੇਗਾ। ਆਲ ਰਾਈਟ ਦ ਅਦਰ ਸੈਡ, ਬੈਟਰ ਦੈਨ ਨਥਿੰਗ। ਉਹ ਕਹਿੰਦਾ ਚਲੋ ਠੀਕ ਹੈ, ਕੁਝ ਵੀ ਨਾ ਹੋਣ ਨਾਲੋਂ ਤਾਂ ਚੰਗਾ ਹੀ ਹੈਗਾ। ਸਮਥਿੰਗ ਇਜ਼ ਆਲਵੇਜ਼ ਬੈਟਰ ਦੈਨ ਨਥਿੰਗ। ਗਿਵ ਦ ਕੋਇਨ ਹੀਅਰ। ਲਿਆ ਕਹਿੰਦਾ ਸਿੱਕਾ ਮੈਨੂੰ ਫੜਾ। ਹੀ ਟੁਕ ਦ ਕੋਇਨ। ਡੋਂਟ ਫੋਲੋ ਮੀ, ਮੇਰੇ ਪਿੱਛੇ ਨਾ ਆਏ। ਦੈਟ ਫੈਲੋ ਇਜ਼ ਸਸਪੀਸ਼ੀਅਸ। ਉਹ ਬੰਦਾ ਬੜਾ ਸ਼ੱਕੀ ਹੈਗਾ ਜਿਹਦੇ ਕੋਲ ਮੈਂ ਜਾ ਰਹੀ ਹਾਂ ਚਾਵਲ ਲੈਣ। ਐਕਚੁਅਲੀ ਬੇਟੇ ਦੇਖੋ, ਸੁਬੀਆ ਨੇ ਤਾਂ ਆਪ ਖੁਦ ਸਟਾਕ ਕੀਤਾ ਹੋਇਆ ਹੈਗਾ, ਜਾਣਾ ਤਾਂ ਉਹਨੇ ਆਪਣੇ ਗੋਦਾਮ ਦੇ ਵਿੱਚੋਂ ਹੀ ਲੈਣਾ, ਪਰ ਲੋਕਾਂ ਨੂੰ ਇਹ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਕਿਸੇ ਤੋਂ ਪਤਾ ਕਰਕੇ ਤੁਹਾਨੂੰ ਲਿਆ ਕੇ ਦੇਣਾ। ਹੀ ਵਿਲ ਸੇ ਨੋ ਦ ਮੋਮੈਂਟ ਹੀ ਸੀਜ਼ ਐਨੀਵਨ ਵਿਦ ਮੀ। ਕਹਿੰਦਾ ਉਹ ਬੰਦਾ ਬੜਾ ਸ਼ੱਕੀ ਹੈ, ਜੇ ਉਹਨੇ ਮੇਰੇ ਨਾਲ ਕਿਸੇ ਨੂੰ ਦੇਖ ਲਿਆ ਨਾ, ਉਦੋਂ ਹੀ ਉਹ ਨਾ ਕਰ ਦੇਗਾ। ਯੂ ਵਿਲ ਵੇਟ ਹੀਅਰ, ਯੂ ਵੇਟ ਹੀਅਰ। ਤੂੰ ਕਹਿੰਦਾ ਇੱਥੇ ਮੇਰਾ ਵੇਟ ਕਰ, ਆਈ ਵਿਲ ਬੀ ਬੈਕ, ਮੈਂ ਵਾਪਸ ਆ ਜਾਵਾਂਗਾ, ਬਟ ਆਈ ਕੈਨ ਨਾਟ ਪ੍ਰੋਮਿਸ। ਪਰ ਦੇਖ ਮੈਂ ਵਾਅਦਾ ਨਹੀਂ ਕਰਦਾ। ਇਫ ਹੀ ਸੇਜ਼ ਨੋ, ਜੇ ਉਹਨੇ ਨਾ ਕਰਤਾ, ਇਟ ਵਿਲ ਬੀ ਜਸਟ ਯੂਰ ਲੱਕ, ਫਿਰ ਤੇਰੀ ਕਿਸਮਤ ਹੋਏਗੀ। ਦੈਟਸ ਆਲ। ਗਿਵ ਮੀ ਦ ਕੋਇਨ। ਲਿਆ ਮੈਨੂੰ ਕੋਇਨ ਦੇ, ਮੈਂ ਕੋਸ਼ਿਸ਼ ਕਰਦਾ ਕਿ ਤੇਰੇ ਲਈ ਉਹ ਚਾਵਲ, ਅੱਧਾ ਕਿਲੋ ਚੌਲ ਉਹਦੇ ਕੋਲ ਲੈ ਆ। He was gone with the 8 annas and the man stood on the street corner. ਉਹ 8 ਆਨੇ ਲੈ ਕੇ ਚਲਾ ਗਿਆ, 50 ਪੈਸੇ ਲੈ ਕੇ ਚਲਾ ਗਿਆ, ਤੇ ਉਹ ਆਦਮੀ ਉੱਥੇ ਗਲੀ ਦੇ ਮੋੜ ਤੇ ਖੜਾ ਰਿਹਾ। 3 hours had gone. 3 ਘੰਟੇ ਲੰਘ ਗਏ। Yet there was no sign of Subia. Subia ਵਾਪਸ ਹੀ ਨਹੀਂ ਆਇਆ। Night had deepened. ਰਾਤ ਹੋ ਚੁੱਕੀ ਸੀ। Man began to mutter several times to himself. ਉਹ ਆਦਮੀ ਆਪਣੇ ਆਪ ਨਾਲ ਹੀ ਬੁੜਬੁੜਾ ਰਿਹਾ ਸੀ। Well, what has happened? Where is he? ਕੀ ਹੋ ਗਿਆ? ਕਿੱਥੇ ਚਲਾ ਗਿਆ? Where is he going? ਕਿੱਥੇ ਚਲਾ ਗਿਆ? When am I to go home and cook the rice? ਕਦੋਂ ਘਰ ਜਾਵਾਂਗਾ? ਕਦੋਂ ਖਾਣਾ ਪਕਾਵਾਂਗਾ? The children, oh the children, ਮੇਰੇ ਬੱਚੇ, ਮੇਰੇ ਬੱਚੇ, ਕਿਉਂਕਿ ਉਹਨੂੰ ਪਤਾ ਕਿ ਉਹਦੇ ਬੱਚੇ ਵੇਟ ਕਰ ਰਹੇ ਨੇ। He turned and walked in the direction the other had gone, but that took him nowhere. Because the other had pretended to go that way in order not to show where his secret godown was, but actually had turned and gone off in another direction. ਹੁਣ ਉਹ ਤਾਂ ਤੁਰ ਪਿਆ, ਜਿਹੜੇ ਪਾਸੇ ਨੂੰ ਸੁਬੀਆ ਗਿਆ ਸੀ ਉਧਰ ਨੂੰ ਤੁਰ ਪਿਆ, ਪਰ ਇੱਥੇ ਤਾਂ ਕੁਝ ਵੀ ਨਹੀਂ ਸੀਗਾ, ਕਿਉਂਕਿ ਸੁਬੀਆ ਨੇ ਤਾਂ ਇਧਰ ਵੱਲ ਨੂੰ ਜਾਣ ਦਾ ਇੱਕ ਬਹਾਨਾ ਹੀ ਕੀਤਾ ਸੀਗਾ। ਅਸਲ ਦੇ ਵਿੱਚ ਉਹ ਅੱਗੋਂ ਜਾ ਕੇ ਮੁੜ ਗਿਆ ਸੀ ਆਪਣੇ ਸੀਕ੍ਰੇਟ ਗੋਡਾਊਨ ਵੱਲ। The man wandered up and down through the silent streets. ਇਹ ਤਾਂ ਗਲੀਆਂ ਸੁੰਨੀਆਂ ਸੀਗੀਆਂ। ਉਹ ਆਦਮੀ ਇੱਧਰ ਉੱਧਰ ਗਲੀਆਂ 'ਚ ਘੁੰਮੀ ਗਿਆ। Went back to the main shop. ਫਿਰ ਸ਼ਾਪ ਦੇ ਉੱਪਰ ਆ ਗਿਆ, hoping that he might be there. ਉਹਨੂੰ ਲੱਗਿਆ ਕਿ ਉਹ ਸ਼ਾਇਦ ਆ ਚੁੱਕਿਆ ਹੋਵੇਗਾ ਦੁਕਾਨ ਤੇ। He was not there either. ਪਰ ਉਹ ਆਇਆ ਨਹੀਂ ਸੀ। Lock was still on the door. ਦਰਵਾਜ਼ੇ ਦੇ ਉੱਪਰ lock ਲੱਗਾ ਹੋਇਆ ਸੀ, just as he had seen it before. Then he called at Subia's house. ਫਿਰ ਉਹ ਬੰਦਾ ਅੱਕ ਕੇ ਸੁਬੀਆ ਦੇ ਘਰ ਚਲਾ ਗਿਆ। He knocked at the door. ਉਹਨੇ ਦਰਵਾਜ਼ਾ ਖਟਖਟਾਇਆ। Subia's wife opened it. ਸੁਬੀਆ ਦੀ ਵਾਈਫ ਨੇ ਦਰਵਾਜ਼ਾ ਖੋਲ੍ਹਿਆ। He asked, is Subia at home? ਤੇ ਉਹਨੇ ਪੁੱਛਿਆ ਕਿ ਨਾ ਸੁਬੀਆ ਘਰ ਹੈਗਾ? No, he hasn't come home at all. She looked very anxious. ਤਾਂ ਉਹ ਲੇਡੀ ਵੀ ਬੜੀ ਚਿੰਤਾ ਦੇ ਵਿੱਚ ਬੋਲੀ, ਕਹਿੰਦੀ ਨਹੀਂ ਉਹ ਘਰ ਤਾਂ ਆਇਆ ਨਹੀਂ ਹੈਗਾ। By 6 next morning, ਦੇਖੋ ਬੇਟੇ ਸਾਰੀ ਰਾਤ ਲੰਘ ਗਈ ਉੱਪਰ ਦੀ, ਉੱਥੇ ਇੰਤਜ਼ਾਰ ਕਰਦੇ ਰਹੇ, ਸੁਬੀਆ ਨਹੀਂ ਆਇਆ। ਅਗਲੀ ਸਵੇਰ 6 ਵਜ ਗਏ। They became nervous. ਹੁਣ ਸਾਰਿਆਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ। In that condition, she could not help saying. ਤੇ ਹੁਣ ਉਹਦੀ ਵਾਈਫ ਵੀ ਕੀ ਕਰਦੀ, ਹੁਣ ਉਹ ਵੀ ਮਜਬੂਰ ਸੀ। Have you looked for him at the other godown? ਤੇ ਹੁਣ ਉਹਦੀ ਵਾਈਫ ਨੂੰ
ਦੱਸਣਾ ਪਿਆ। ਕਹਿੰਦੀ ਤੂੰ ਉਹਨੂੰ ਗੋਡਾਊਨ ਦੇ ਵਿੱਚ ਦੇਖਿਆ ਤਾਂ, ਵੇਅਰ ਇਜ਼ ਇਟ? ਉਹ ਆਦਮੀ ਹੈਰਾਨ ਹੋ ਗਿਆ, ਕਹਿੰਦਾ ਗੋਡਾਊਨ ਕਿੱਥੇ ਹੈ ਤੁਹਾਡਾ? ਸ਼ੀ ਹੈਡ ਟੂ ਟੈਲ, being the only person who knew its whereabouts, ਤੇ ਉਹਨੂੰ ਵਾਈਫ ਨੂੰ ਦੱਸਣਾ ਪਿਆ, ਕਿਉਂਕਿ ਵਾਈਫ ਹੀ ਸਿਰਫ ਇੱਕ ਪਰਸਨ ਸੀ ਜਿਹਨੂੰ ਉਹਦੇ ਸੀਕ੍ਰੇਟਸ ਗੋਡਾਊਨਸ ਦੇ ਬਾਰੇ ਚ ਪਤਾ ਸੀਗਾ। ਹੋਰ ਤਾਂ ਉਹਨੇ ਪਿੰਡ ਦੇ ਵਿੱਚ ਜਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਹ ਆਦਮੀ ਨੇ ਕਿੱਥੇ ਕੀ ਕੀਤਾ ਹੋਇਆ ਹੈਗਾ। ਤਾਂ ਹੁਣ ਉਹਦੀ ਵਾਈਫ ਵੀ ਮਜਬੂਰ ਸੀ, ਤਾਂ ਉਹਨੂੰ ਮਜਬੂਰੀ ਦੇ ਵਿੱਚ ਦੱਸਣਾ ਪਿਆ। ਕਹਿੰਦੀ ਗੋਡਾਊਨ ਦੇ ਵਿੱਚ ਦੇਖ ਕੇ ਆਉਂਦੇ ਆ। ਦੇ ਸਟਾਰਟਡ ਆਊਟ, ਉਹ ਚੱਲ ਪਏ। ਆਫਟਰ ਪਾਸਿੰਗ ਥਰੂ ਸਮ ਬਾਈ ਲੇਨਸ ਦੇ ਕੇਮ ਅਪਨ ਅ ਬਿਲਡਿੰਗ, ਕੁਝ ਗਲੀਆਂ ਦੇ ਵਿੱਚੋਂ, ਭੀੜੀਆਂ ਗਲੀਆਂ ਦੇ ਵਿੱਚੋਂ ਦੀ ਲੰਘੇ ਤੇ ਉਹ ਇੱਕ ਬਿਲਡਿੰਗ ਕੋਲ ਆ ਗਈ। ਦ ਡੋਰ ਵਾਸ ਬੋਲਟਡ ਫਰੋਮ ਇਨਸਾਈਡ, ਦਰਵਾਜ਼ਾ ਅੰਦਰੋਂ ਬੰਦ ਸੀ। ਬੋਲਟਡ ਬੇਟੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਦੇ ਨੌਕਡ ਔਨ ਇਟ, ਉਹਨਾਂ ਨੇ ਦਰਵਾਜ਼ੇ ਦੇ ਉੱਪਰ ਨੌਕ ਕੀਤਾ। ਫਾਈਨਲੀ ਦੇ ਹੈਡ ਟੂ ਬ੍ਰੇਕ ਓਪਨ ਦਾ ਫਰੰਟ ਵੈਂਟੀਲੇਟਰ, ਬਟ ਅੰਦਰੋਂ ਕੋਈ ਜਵਾਬ ਨਹੀਂ ਆਇਆ, ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ। ਅਖੀਰ ਦੇ ਵਿੱਚ ਉਹਨਾਂ ਨੂੰ ਸਾਹਮਣੇ ਵਾਲਾ ਇੱਕ ਰੋਸ਼ਨਦਾਨ, ਵੈਂਟੀਲੇਟਰ ਬੇਟੇ ਰੋਸ਼ਨਦਾਨ, ਜਾਨੀ ਕਿ ਇੱਕ ਸ਼ੀਸ਼ੇ ਲੱਗੇ ਹੋਏ ਹੁੰਦੇ ਨੇਗੇ ਦਰਵਾਜ਼ਿਆਂ ਦੇ ਉੱਪਰ, ਤਾਂ ਦਰਵਾਜ਼ੇ ਦੇ ਉੱਪਰ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਸੀ ਸਾਹਮਣੇ ਵਾਲਾ, ਉਹ ਤੋੜਨਾ ਪਿਆ। ਸਲਿਪ ਅ ਬੋਏ ਥਰੂ ਇਟ, ਇੱਕ ਮੁੰਡੇ ਨੂੰ ਉਹਦੇ ਵਿੱਚੋਂ ਦੀ ਲੰਘਾਇਆ। ਦੈਨ ਹੈਵ ਦਾ ਮੇਨ ਡੋਰ ਓਪਨ, ਉਹ ਬੱਚੇ ਨੇ ਅੰਦਰ ਜਾ ਕੇ ਦਰਵਾਜ਼ਾ ਖੋਲਿਆ। ਅ ਫੇਂਟ ਮਾਰਨਿੰਗ ਲਾਈਟ ਕੇਮ ਇਨ ਥਰੂ ਦਾ ਬ੍ਰੋਕਨ ਵੈਂਟੀਲੇਟਰ, ਤਾਂ ਟੁੱਟੇ ਹੋਏ ਵੈਂਟੀਲੇਟਰ ਦੇ ਵਿੱਚੋਂ, ਰੋਸ਼ਨਦਾਨ ਦੇ ਵਿੱਚੋਂ ਹਲਕੀ ਜਿਹੜੀ ਸਵੇਰ ਦੀ ਰੋਸ਼ਨੀ ਸੀ ਅੰਦਰ ਆਈ। ਇਨ ਅ ਕਾਰਨਰ ਦੇ ਸੌ ਐਨ ਇਲੈਕਟ੍ਰਿਕ ਟਾਰਚ ਲੇਇੰਗ ਔਨ ਦਾ ਫਲੋਰ, ਖੁੰਝੇ ਦੇ ਵਿੱਚ, ਇੱਕ ਖੁੰਝੇ ਦੇ ਵਿੱਚ ਇੱਕ ਇਲੈਕਟ੍ਰਿਕ ਟਾਰਚ, ਜਿਹੜੀ ਜਲਦੀ ਹੋਈ ਟਾਰਚ ਸੀਗੀ, ਫਰਸ਼ ਦੇ ਉੱਪਰ ਡਿੱਗੀ ਹੋਈ ਉਹਨਾਂ ਨੇ ਦੇਖੀ। ਦੈਨ ਅ ਹਾਫ ਰੁਪੀ ਕੋਇਨ, ਤੇ ਉਸ ਤੋਂ ਬਾਅਦ ਇੱਕ 50 ਪੈਸੇ ਦਾ ਸਿੱਕਾ ਡਿੱਗਿਆ ਹੋਇਆ ਸੀ। ਅ ਲਿਟਲ ਆਫ ਅ ਹੈਂਡ, ਫਿਰ ਉਹਨਾਂ ਨੂੰ ਹੱਥ ਦਿਖਾਈ ਦਿੱਤਾ, ਥੋੜਾ ਜਿਹਾ ਹੱਥ ਦਾ ਇੱਕ ਹਿੱਸਾ ਦਿਖਾਈ ਦਿੱਤਾ। ਸਟਕ ਆਊਟ ਆਫ ਅ ਪਾਈਲ ਆਫ ਫਾਲਨ ਬੈਗਸ, ਤੇ ਹੱਥ ਕਿੱਥੇ ਦਿਖਾਈ ਦੇ ਰਿਹਾ ਸੀ ਬੇਟੇ? ਡਿੱਗੀਆਂ ਹੋਈਆਂ ਚਾਵਲਾਂ ਦੀਆਂ ਬੋਰੀਆਂ ਦਾ ਢੇਰ ਸੀ, ਉਸ ਢੇਰ ਦੇ ਵਿੱਚੋਂ ਸੁਬੀਆ ਦਾ ਥੋੜਾ ਜਿਹਾ ਹੱਥ ਹੀ ਦਿਖਾਈ ਦੇ ਰਿਹਾ ਸੀ। ਸੋ ਵਟ ਡਜ਼ ਇਟ ਮੀਨ ਬੇਟੇ? ਕਿ ਸੁਬੀਆ ਇੱਕ ਗ੍ਰਿਡੀ ਮੈਨ, ਲਾਲਚੀ ਆਦਮੀ, ਆਉਂਦਾ ਉਸ ਬੰਦੇ ਦੇ 50 ਪੈਸੇ ਲੈ ਕੇ ਉੱਥੋਂ ਚਾਵਲ ਲੈਣ, ਤੇ ਹੁੰਦਾ ਕੀ ਹੈ ਬੇਟੇ? ਚਾਵਲਾਂ ਦੀਆਂ ਸਾਰੀਆਂ ਬੋਰੀਆਂ ਉਹਦੇ ਉੱਪਰ ਡਿੱਗ ਪੈਂਦੀਆਂ ਨੇ, ਤੇ ਉਹ ਬੋਰੀਆਂ ਦੇ ਨੀਚੇ ਦਬ ਕੇ ਮਰ ਜਾਂਦਾ ਹੈ। ਸੋ this was all about the story. Thank you students.